ਪਿਛਲੇ ਸਾਲ ਸਾਡਾ 12000 ਬੂਟਾ ਸੇਲ ਹੋਇਆ ਇੱਥੇ ਤੇ ਪੰਜਾਬ ਦੇ ਵੱਖਰੇ ਵੱਖਰੇ ਜ਼ਿਲ੍ਹਿਆਂ 'ਚ ਲੋਕਾਂ ਨੇ ਲਾਇਆ। ਅੰਮ੍ਰਿਤਸਰ, ਲੁਧਿਆਣਾ, ਫਿਰੋਜ਼ਪੁਰ, ਦੂਰੋਂ ਦੂਰੋਂ ਲੋਕੀ ਇੱਥੇ ਬੂਟੇ ਲੈਣ ਆਉਂਦੇ ਨੇ। ਚੰਦਨ ਕਦੇ ਵੀ ਆਪਾਂ ਜਿੱਥੇ ਵੀ ਪਲਾਂਟ ਕਰਨਾ ਉਹ ਇਕੱਲਾ ਚੰਦਨ ਪਲਾਂਟ ਨਹੀਂ ਹੋਏਗਾ, ਉਹਦੇ ਨਾਲ ਸਾਨੂੰ ਆਂਵਲਾ, ਹਰੜ, ਭੇੜਾ, ਨੀਮ ਜਾਂ ਕੋਈ ਇੱਦਾਂ ਦਾ ਪਲਾਂਟ ਲਗਾਉਣਾ ਪਏਗਾ ਤਾਂ ਕਿ ਉਹਨੂੰ ਉਹਦੀ ਸਪੋਰਟ ਮਿਲ ਸਕੇ। ਕਿਉਂਕਿ ਦੂਜੇ ਦੀ ਜੜ੍ਹਾਂ ਤੋਂ ਖੁਰਾਕ ਲੈਂਦੇ ਹਾਂ, ਪੈਰਾਸਾਈਟ ਹੈਗਾ ਤੇ ਦੂਜੇ ਤੋਂ ਖੁਰਾਕ ਲੈਣੀ ਹੈ ਨਹੀਂ, ਖੁਦ ਇਹ ਆਪਣੀ ਖੁਰਾਕ ਨਹੀਂ ਤਿਆਰ ਕਰ ਪਾਉਂਦਾ। ਇਸ ਕਰਕੇ ਇਹਨੂੰ ਆਪਾਂ ਜਿੱਥੇ ਵੀ ਪਲਾਂਟ ਕਰਨਾ ਹੈਗਾ ਉੱਥੇ ਘਾਹ ਹੋਵੇ। ਲਗਭਗ ਤੁਸੀਂ ਲਾ ਲਓ ਕਿ ਇਹਦੇ 'ਚ 1500 ਬੂਟਾ ਸਾਡਾ ਤਿਆਰ ਹੋ ਜਾਣਾ। ਕਿੰਨਾ ਕੁ ਖਰਚ ਆਉਂਦਾ ਹੈ ਜੀ ਇੱਕ ਬੂਟੇ ਨੂੰ ਤਿਆਰ ਕਰਨ ਦੇ ਉੱਤੇ? ਬੂਟੇ ਨੂੰ ਤਿਆਰ ਕਰਨ ਦੇ ਲਗਭਗ 35 ਤੋਂ 40 ਰੁਪਏ। ਫਿਲਹਾਲ ਬੜਾ ਵਧੀਆ ਵਕਤ ਹੈਗਾ ਜੂਨ ਜੁਲਾਈ ਦਾ ਮਹੀਨਾ। ਜੂਨ ਜੁਲਾਈ 'ਚ ਆਪਾਂ ਜਿਹੜਾ ਬੂਟਾ ਲਗਾਵਾਂਗੇ ਉਹ ਸਾਡਾ ਦਸੰਬਰ ਤੱਕ ਸਟੈਂਡ ਹੋ ਜਾਏਗਾ ਤਾਂ ਉਹਨੂੰ ਔਂਸ ਦੀ ਜ਼ਿਆਦਾ ਮਾਰਨੀ ਪਏਗੀ। ਕਿੰਨੀ ਕੁ ਦੀ ਏਜ ਹੋਊਗੀ ਇਹਦੇ ਬਾਗ ਨੂੰ? ਕਿੰਨੀ ਕੁ ਦੇਰ ਹੋ ਗਈ? 5 ਸਾਲ ਉਮਰ ਹੈਗੀ ਇਹਦੀ, ਲਗਭਗ 5 ਸਾਲ। ਆਪਾਂ 20 ਬੂਟੇ ਵੀ ਲਾਏ ਤਾਂ ਸਾਡੀ FD ਹੈਗੀ। 15-20 ਸਾਲ ਬਾਅਦ ਸਾਡੀ FD ਸਮਝ ਲਓ। ਜਿੰਨਾ ਚੰਦਨ ਤਿਆਰ ਹੁੰਦਾ ਹੈਗਾ ਸਾਊਥ 'ਚ ਉਹ ਤੋਂ ਵੱਧ ਡਿਮਾਂਡ ਹੈਗੀ ਤੇ ਬਾਹਰੋਂ ਇੰਪੋਰਟ ਹੁੰਦਾ ਹੈਗਾ, ਕਿਉਂਕਿ ਚੰਦਨ ਦੀ ਡਿਮਾਂਡ ਬਹੁਤ ਜ਼ਿਆਦਾ ਹੈਗੀ। ਕਾਸਮੈਟਿਕ 'ਚ ਦੀ ਡਿਮਾਂਡ ਹੈਗੀ, ਮੈਡੀਸਨ 'ਚ ਦੀ ਡਿਮਾਂਡ ਹੈਗੀ, ਫਰਨੀਚਰ 'ਚ ਦੀ ਡਿਮਾਂਡ ਹੈਗੀ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਪੰਜਾਬ ਦੇ ਕਿਸਾਨ ਹੁਣ ਚੰਦਨ ਦੀ ਖੇਤੀ ਕਰਨਗੇ ਅਤੇ ਲੱਖਾਂ ਰੁਪਏ ਮੁਨਾਫਾ ਵੀ ਕਮਾਉਣਗੇ। ਇਸ ਤਰੀਕੇ ਦਾ ਉਪਰਾਲਾ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ। ਅੱਜ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਭਟੋਲੀ ਦੇ ਵਿੱਚ ਮੌਜੂਦ ਹਾਂ, ਜਿੱਥੇ ਚੰਦਨ ਦੀ ਨਰਸਰੀ ਹੈ। ਆਮ ਤੌਰ ਦੇ ਉੱਤੇ ਤੁਸੀਂ ਫੁੱਲਾਂ ਦੀ ਨਰਸਰੀ ਦੇਖੀ ਹੋਊਗੀ ਜਾਂ ਫਲਾਂ ਜਿਹੜੇ ਪੌਦੇ ਨੇ ਉਹਨਾਂ ਦੀ ਨਰਸਰੀ ਦੇਖੀ ਹੋਊਗੀ। ਅੱਜ ਤੁਹਾਨੂੰ ਅਸੀਂ ਚੰਦਨ ਦੀ ਨਰਸਰੀ ਦਿਖਾਉਣ ਜਾ ਰਹੇ ਹਾਂ, ਜਿਸ ਨਰਸਰੀ ਦੇ ਵਿੱਚ ਬੀਜ ਤੋਂ ਲੈ ਕੇ ਇੱਕ ਬੂਟੇ ਨੂੰ ਤਿਆਰ ਕਰਕੇ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ ਔਰ ਕਿਸਾਨ ਇਸ ਦੀ ਖੇਤੀ ਕਰਦੇ ਨੇ ਆਪਣੇ ਖੇਤਾਂ ਦੇ ਵਿੱਚ। ਤਾਂ ਵੱਡਾ ਮੁਨਾਫਾ ਦੱਸਿਆ ਜਾਂਦਾ ਹੈ ਵੀ ਇਸ ਚੰਦਨ ਦੀ ਖੇਤੀ ਦੇ ਵਿੱਚੋਂ ਕਿਸਾਨ ਕਮਾ ਰਹੇ ਨੇ। ਸਾਡੇ ਨਾਲ ਭਟੋਲੀ ਇਸ ਨਰਸਰੀ ਦੇ ਇੰਚਾਰਜ ਓਮਦੱਤ ਸ਼ਰਮਾ ਜੀ ਮੌਜੂਦ ਨੇ। ਸ਼ਰਮਾ ਜੀ, ਪਹਿਲਾਂ ਤਾਂ ਸਵਾਗਤ ਹੈ ਜੀ ਹਮਦਰਦ ਟੀਵੀ ਤੇ। ਧੰਨਵਾਦ ਭਰਾ ਜੀ। ਜਿਸ ਤਰੀਕੇ ਨਾਲ ਮੈਂ ਕਿਹਾ ਕਿ ਹੁਣ ਪੰਜਾਬ ਦੇ ਕਿਸਾਨ ਚੰਦਨ ਦੀ ਖੇਤੀ ਕਰਨਗੇ ਔਰ ਲੱਖਾਂ ਰੁਪਏ ਮੁਨਾਫਾ ਵੀ ਕਮਾਉਣਗੇ, ਇਹ ਵਾਕਈ ਲਾਹੇਵੰਦ ਹੈ ਜੀ? ਬਿਲਕੁਲ ਲਾਹੇਵੰਦ ਹੈਗਾ ਜੀ। ਇਹ ਪਿਛਲੇ 7 ਸਾਲ ਤੋਂ ਸ਼ੁਰੂ ਹੋਈ ਹੈ ਨਰਸਰੀ ਤੇ ਫਿਲਹਾਲ ਇੱਦਾਂ ਸਟੈਂਡ ਹੋ ਗਿਆ। ਪਿਛਲੇ ਸਾਲ ਸਾਡਾ 12000 ਬੂਟਾ ਸੇਲ ਹੋਇਆ ਇੱਥੇ ਤੇ ਪੰਜਾਬ ਦੇ ਵੱਖਰੇ ਵੱਖਰੇ ਜ਼ਿਲ੍ਹਿਆਂ 'ਚ ਲੋਕਾਂ ਨੇ ਲਾਇਆ। ਅੰਮ੍ਰਿਤਸਰ, ਲੁਧਿਆਣਾ, ਫਿਰੋਜ਼ਪੁਰ, ਦੂਰੋਂ ਦੂਰੋਂ ਲੋਕੀ ਇੱਥੇ ਬੂਟੇ ਲੈਣ ਆਉਂਦੇ ਨੇ। ਤੇ ਬੂਟੇ ਤਿਆਰ ਕਰਨ ਦੀ ਜਿਹੜੀ ਟੈਕਨੀਕ ਹੈਗੀ ਉਹ ਅਸੀਂ ਬੈਂਗਲੌਰ ਤੋਂ ਲਈ ਹੈਗੀ। ਬੈਂਗਲੌਰ ਤੋਂ ਆਪਾਂ ਇਹਦਾ ਸੀਡ ਮੰਗਾਉਂਦੇ ਹੈਗੇ ਤੇ ਆਹ ਤੁਹਾਨੂੰ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਪੂਰਾ ਪ੍ਰੋਸੈਸ ਦਿਖਾ ਦਿਓ ਤਾਂ ਜੋ ਜੇ ਸਾਡੇ ਕਿਸਾਨ ਵੀਰ ਦੇਖ ਰਹੇ ਹੋਣ ਤਾਂ ਉਹ ਇੱਕ ਵਾਰੀ ਇਸ ਚੀਜ਼ ਨੂੰ ਬੇਸਿਕ ਚੀਜ਼ਾਂ ਸਮਝ ਸਕਣ। ਜਿਸ ਤਰੀਕੇ ਨਾਲ ਸਰ ਇਹ ਬਿਜਾਈ ਕੀਤੀ ਹੈ ਤੁਸੀਂ ਬੀਜ ਦੀ, ਕਿਵੇਂ ਬਿਜਾਈ ਹੁੰਦੀ ਹੈ, ਕਿਵੇਂ ਇਸ ਬੈੱਡ ਨੂੰ ਤਿਆਰ ਕੀਤਾ ਜਾਂਦਾ, ਕਿਸ ਤਰੀਕੇ ਦੀ ਸੋਇਲ ਹੁੰਦੀ ਹੈ? ਸੀਡ ਤਿਆਰ ਕਰਨ ਲਈ ਪੂਰਾ ਰੇਤ ਦਾ ਬੈੱਡ ਹੈਗਾ। ਇਹਦਾ ਸਾਈਜ਼ ਜਿੰਨੇ ਬਾਈ ਜਿੰਨੇ ਮੀਟਰ ਹੈ ਉਨੇ ਕਿਲੋ ਬੀਜ ਇਹਦੇ ਪਾਣਾ ਹੈਗਾ। ਤੇ ਜਦੋਂ ਉਹਦੀ ਪ੍ਰਿਕਿੰਗ ਕਰਨੀ ਹੈ, 4 ਲੀਵਸ ਆ ਜਾਂਦੀ ਹੈ, ਉਹਦੀ ਪ੍ਰਿਕ ਕਰਕੇ ਉਹ ਬੂਟਾ ਅਸੀਂ ਫਿਰ ਅੱਗੇ ਥੈਲੀਆਂ 'ਚ ਸ਼ਿਫਟ ਕਰਨਾ ਹੈਗਾ। ਆਹ ਦਿਖਾਉਣਾ ਚਾਹੁੰਦਾ ਤੁਹਾਨੂੰ, ਜਿੱਦਾਂ ਆਹ ਆਪਾਂ ਇਹਨੂੰ ਥੈਲੀ ਸ਼ਿਫਟ ਕੀਤਾ, ਇਹਦੇ ਨਾਲ ਇੱਕ ਹੋਸਟ ਪਲਾਂਟ ਲਾਉਣਾ ਪੈਂਦਾ ਹੈਗਾ। ਆਹ ਜਿਸ ਤਰ੍ਹਾਂ ਹੋਸਟ ਪਲਾਂਟ ਦੇ ਨਾਲ ਇਹਦੇ ਨਾਲ ਇੱਕ ਹੋਸਟ ਪਲਾਂਟ ਢਿੰਗਰ ਲਗਾਇਆ ਹੋਇਆ। ਇਹ ਪੈਰਾਸਾਈਟ ਪਲਾਂਟ ਹੈ, ਇਕੱਲਾ ਨਹੀਂ ਚੱਲਦਾ ਹੈਗਾ। ਚੰਦਨ ਕਦੇ ਵੀ ਆਪਾਂ ਜਿੱਥੇ ਵੀ ਪਲਾਂਟ ਕਰਨਾ ਉਹ ਇਕੱਲਾ ਚੰਦਨ ਪਲਾਂਟ ਨਹੀਂ ਹੋਏਗਾ, ਉਹਦੇ ਨਾਲ ਸਾਨੂੰ ਆਂਵਲਾ, ਹਰੜ, ਭੇੜਾ, ਨੀਮ ਜਾਂ ਕੋਈ ਇੱਦਾਂ ਦਾ ਪਲਾਂਟ ਲਗਾਉਣਾ ਪਏਗਾ ਤਾਂ ਕਿ ਉਹਨੂੰ ਉਹਦੀ ਸਪੋਰਟ ਮਿਲ ਸਕੇ। ਇਹ ਜ਼ਰੂਰੀ ਹੁੰਦਾ ਜੀ ਇੱਕ ਪਲਾਂਟ ਇਹਦੇ ਨਾਲ ਲਾਉਣਾ ਹੀ ਪੈਂਦਾ, ਕਿਉਂਕਿ ਫਿਰ ਉਨੀ ਮਿੱਟੀ ਦੇ ਵਿੱਚੋਂ ਤਾਕਤ ਚੰਦਨ ਦਾ ਪੌਦਾ ਖਿੱਚੇਗਾ ਜਾਂ ਫਿਰ ਦੂਸਰਾ ਖਿੱਚੇਗਾ? ਨਹੀਂ, ਇਹਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਕਨੈਕਟ ਹੋ ਕੇ ਦੂਜੇ ਦੀ ਜੜ੍ਹਾਂ ਤੋਂ ਖੁਰਾਕ ਲੈਂਦੀਆਂ ਹੈਗੀਆਂ। ਪੈਰਾਸਾਈਟ ਹੈਗਾ ਤੇ ਦੂਜੇ ਤੋਂ ਖੁਰਾਕ ਲੈਣੀ ਹੈ ਨਹੀਂ, ਖੁਦ ਇਹ ਆਪਣੀ ਖੁਰਾਕ ਨਹੀਂ ਤਿਆਰ ਕਰ ਪਾਉਂਦਾ। ਇਸ ਕਰਕੇ ਇਹਨੂੰ ਆਪਾਂ ਜਿੱਥੇ ਵੀ ਪਲਾਂਟ ਕਰਨਾ ਹੈਗਾ ਉੱਥੇ ਘਾਹ ਹੋਵੇ ਜਾਂ ਥੋੜ੍ਹਾ ਬਹੁਤ ਜਿੱਦਾਂ ਢਿੰਗਰ ਜਾਂ ਚੰਨਾ ਜਾਂ ਹੋਰ ਕੁਛ ਲਾ ਦਿੰਦੇ ਹੈਗੇ। ਕਈ ਲੋਕਾਂ ਨੇ ਮਹਿੰਦੀ ਨਾਲ ਵੀ ਟਰਾਈ ਕੀਤਾ ਕਿ ਛੋਟੀ ਛੋਟੀ ਮਹਿੰਦੀ ਹੇਠਾਂ ਲਗਾ ਦਿੱਤੀ ਜਾਵੇ ਤੇ ਉਹਦੇ ਨਾਲ ਇਹ ਖੁਰਾਕ ਲੈ ਕੇ ਵਧੀਆ ਤਿਆਰ ਹੁੰਦਾ ਹੈਗਾ। ਇਹ ਮੁਨਾਫਾ ਇਹਦਾ ਇਸ ਤਰੀਕੇ ਦੇ ਨਾਲ ਫਾਇਦਾ ਹੁੰਦਾ। ਅੱਛਾ, ਇਹ ਜਿਹੜਾ ਬੈੱਡ ਹੈ ਜੇ ਮੰਨ ਲਓ ਉਹੀ
ਬੈੱਡ ਦੇਖ ਰਹੇ ਆਪਾਂ, ਇਹ ਕਿੰਨੇ ਦਿਨਾਂ ਦੇ ਵਿੱਚ ਜਿਹੜਾ ਬੀਜ ਤੋਂ ਜਿਹੜਾ ਪੌਦਾ ਫੁੱਟੇ ਆਉਂਦਾ ਔਰ ਕਿੰਨਾ ਬੀਜ ਪਾਉਣਾ ਪੈਂਦਾ? ਇਹ 1 ਮੀਟਰ ਬਾਈ ਮੀਟਰ ਦਾ ਲੱਗ ਰਿਹਾ। ਮੀਟਰ ਬਾਈ ਮੀਟਰ ਦਾ ਬੈਡ ਹੈਗਾ ਜੀ, ਇਹਦੇ 'ਚ 1 ਕਿਲੋ ਬੀਜ ਪਾਇਆ ਹੈਗਾ ਤੇ ਲਗਭਗ 60% ਜਰਮੀਨੇਸ਼ਨ ਹੈਗੀ ਇਹਦੀ। 60% ਜਰਮੀਨੇਸ਼ਨ ਦੇ ਨਾਲ ਤੇ ਲਗਭਗ ਤੁਸੀਂ ਲਾ ਲਓ ਕਿ ਇਹਦੇ 'ਚ 1500 ਬੂਟਾ ਸਾਡਾ ਤਿਆਰ ਹੋ ਜਾਣਾ। 1000 ਤੋਂ 1500 ਬੂਟਾ ਇਹਦੇ ਤੋਂ ਤਿਆਰ ਹੋ ਜਾਣਾ। ਉਹਨੂੰ ਅੱਗੇ ਅਸੀਂ ਫਿਰ ਥੈਲੀਆਂ 'ਚ ਲਗਾ ਦੇਣਾ ਹੈਗਾ। ਅੱਛਾ, ਉਸ ਤੋਂ ਬਾਅਦ ਇਹਨਾਂ ਨੂੰ ਥੈਲੀਆਂ ਦੇ ਵਿੱਚ ਪੈਕ ਕਰ ਦੇਣਾ। ਮੈਂ ਜਿਵੇਂ ਪੋਲੀ ਹਾਊਸ ਦੇਖ ਰਿਹਾ, ਇਹ ਜ਼ਰੂਰੀ ਹੁੰਦਾ ਇਹ ਜਿਹੜਾ ਪੌਦਾ ਤਿਆਰ ਕਰਨਾ ਪੋਲੀ ਹਾਊਸ ਦੇ ਵਿੱਚ ਹੀ ਤਿਆਰ ਕੀਤਾ ਜਾ ਸਕਦਾ? ਇਹਦਾ ਜਿਹੜਾ ਉੱਥੋਂ ਦਾ ਐਟਮੋਸਫੇਅਰ ਹੈਗਾ ਸਾਊਥ ਸਾਈਡ ਦਾ, ਉੱਦਾਂ ਦਾ ਐਟਮੋਸਫੇਅਰ ਲਿਆਉਣ ਵਾਸਤੇ ਬੜਾ ਜ਼ਰੂਰੀ ਹੈਗਾ ਕਿ ਪੋਲੀ ਹਾਊਸ 'ਚ ਇਹ ਬੂਟਾ ਤਿਆਰ ਹੋਣਾ। ਪਹਿਲੇ 6 ਮਹੀਨੇ ਇਹਨੂੰ ਪੋਲੀ ਹਾਊਸ 'ਚ ਹੀ ਰੱਖਣਾ ਪੈਣਾ। ਉਹ ਤੋਂ ਬਾਅਦ ਜਦੋਂ ਅਸੀਂ ਪਲਾਂਟ ਕਰਨਾ ਤਾਂ ਫਿਰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਕਰਦਾ ਹੈਗਾ, ਬੂਟਾ ਵਧੀਆ ਤਿਆਰ ਹੁੰਦਾ ਹੈਗਾ। ਮੈਂ ਤੁਹਾਨੂੰ ਵੱਡੇ ਵੱਡੇ ਪਲਾਂਟ ਵੀ ਦਿਖਾਵਾਂਗਾ ਜਿਹੜੇ 6 ਸਾਲ 7 ਸਾਲ ਤੋਂ ਆਪਾਂ ਇੱਥੇ ਪਲਾਂਟ ਕੀਤੇ ਆ। ਪਟੋਲੀ ਦੇ ਵਿੱਚ ਆਪਾਂ 1300 ਬੂਟਾ ਲਗਾਇਆ ਹੋਇਆ ਚੰਦਨ ਦਾ, ਤੇ ਮੈਂ ਤੁਹਾਨੂੰ ਦਿਖਾਉਂਦਾ ਹੈਗਾ, ਉਹ ਕਾਫੀ ਵਧੀਆ ਗਰੋ ਕੀਤਾ ਹੈਗਾ ਉਹਨਾਂ ਨੇ। ਹਾਂਜੀ, ਜਿਵੇਂ ਆਪਾਂ ਦੇਖ ਰਹੇ ਹਾਂ ਇਹਦੇ ਵਿੱਚ ਤੁਸੀਂ ਕੂਲਰ ਫਿੱਟ ਕੀਤੇ ਹੋਏ ਨੇ ਵੱਡੇ। ਮੈਂ ਚਾਹੂੰਗਾ ਇੱਧਰ ਆ ਜਾਓ ਥੋੜਾ। ਇਹ ਕੂਲਰ ਫਿੱਟ ਕਰਨ ਦਾ ਕੀ ਕਾਰਨ ਹੈ ਜੀ? ਕਿਉਂ ਫਿੱਟ ਕਰਨੇ ਪਏ ਇਹਦੇ ਵਿੱਚ? ਥੋੜਾ ਜਿਹਾ ਜਿੱਦਾਂ ਹਿਊਮਿਡਿਟੀ ਹੋ ਜਾਂਦੀ, ਬੰਦਿਆਂ ਨੇ ਕੰਮ ਵੀ ਕਰਨਾ ਹੁੰਦਾ ਇੱਥੇ, ਤੇ ਉਹਦੇ ਕਰਕੇ ਥੋੜਾ ਜਿਹਾ ਉਹ ਇਦਾਂ ਦਾ ਐਟਮੋਸਫੇਅਰ ਬਣਾਇਆ ਜਾਂਦਾ ਕਿ ਬੰਦੇ ਕੰਮ ਵੀ ਕਰ ਸਕਣ। ਹਾਂਜੀ, ਕੋਈ ਪ੍ਰਿਕਿੰਗ ਕਰਨੀ ਹੈ ਜਾਂ ਕੁਝ ਘਾਹ ਵਗੈਰਾ ਜਾਂ ਕੁਝ, ਉਹਦੇ ਵਾਸਤੇ ਹੈਗਾ। ਜਿਵੇਂ ਆਪਾਂ ਦੇਖ ਰਹੇ ਸੀਗੇ ਵੀ ਇਹ ਬੀਜ ਕਿੰਨਾ ਕਿਲੋ ਬੀਜ ਪਾਉਂਦੇ ਹੋ, ਤੇ ਫਿਰ ਫੁੱਟ ਦਾ ਕਿੰਨਾ ਕੁ ਹੈ ਪੂਰਾ? ਜੇ ਮੰਨ ਲਓ 100 ਦਾਣਾ ਡਿੱਗਾ ਤੇ 100 ਦਾਣਾ ਉੱਗ ਪੈਂਦਾ? ਨਹੀਂ, 50 ਤੋਂ 60%। 60% ਉੱਗਦਾ ਹੈਗਾ, 40% ਮਰ ਜਾਂਦਾ। ਲੇਕਿਨ ਅੱਗੇ ਚੱਲ ਕੇ ਇਹਦੀ ਜਰਮੀਨੇਸ਼ਨ ਕਾਫੀ ਵਧੀਆ ਹੈਗੀ। ਜਦੋਂ ਥੈਲੀ ਤੋਂ ਆਪਾਂ ਪਲਾਂਟ ਤੱਕ ਲੈ ਜਾਂਦੇ ਆ, ਜੇ ਸਾਡੇ ਕੋਲ 100 ਪਲਾਂਟ ਅਗਰ ਫਾਰਮਰ ਲੈ ਗਿਆ ਤੇ ਯਕੀਨ ਮੰਨੋ ਕਿ 95 ਪਲਾਂਟ ਉਹਦੇ 90 ਤੋਂ 95 ਪਲਾਂਟ ਵਧੀਆ ਢੰਗ ਨਾਲ ਚੱਲਦੇ ਹੈਗੇ। ਹਾਂਜੀ, ਤਾਂ ਇਹ ਵੀ ਬੜੀ ਚੰਗੀ ਗੱਲ ਹੈ ਵੀ ਕਿਸਾਨ ਨੂੰ ਕੋਈ ਜ਼ਿਆਦਾ ਘਾਟਾ ਵੀ ਨਹੀਂ ਪੈਂਦਾ ਜਦੋਂ ਆਪਾਂ ਖੇਤੀ ਸ਼ੁਰੂ ਵੀ ਕਰਦੇ ਆ। ਜਿਸ ਤਰੀਕੇ ਨਾਲ ਡਾਕਟਰ ਸਾਹਿਬ ਇਹ ਰੇਤ ਦੇ ਵਿੱਚ ਹੀ ਕਿਉਂ ਬੀਜਿਆ ਗਿਆ? ਕਿਉਂਕਿ ਇਹ ਜ਼ਰੂਰੀ ਹੈ ਵੀ ਹਰ ਜਗ੍ਹਾ ਰੇਤ, ਜਿੱਥੇ ਰੇਤਲੀ ਜ਼ਮੀਨ ਹੋਊਗੀ ਉੱਥੇ ਇਹ ਪੈਦਾਵਾਰ ਇਹਦੀ ਹੋ ਸਕਦੀ? ਨਹੀਂ, ਇੱਦਾਂ ਨਹੀਂ। ਕੋਈ ਸੀਡ ਕੋਈ ਵੀ ਆਪਾਂ ਤਿਆਰ ਕਰਦੇ ਆ, ਸੈਂਡੀ ਲੋਮ 'ਚੋਂ ਬੜੀ ਜਲਦੀ ਗਰੋ ਕਰਦਾ ਹੈਗਾ। ਤੇ ਇਹ ਸਟਾਰਟਿੰਗ ਹੈਗਾ ਜਦੋਂ ਆਪਾਂ ਫੀਲਡ 'ਚ ਲਾਣਾ, ਤਾਂ ਉਹਦੇ 'ਚ ਪੰਜਾਬ ਦੀ ਧਰਤੀ ਇਹਦੇ ਵਾਸਤੇ ਬਿਲਕੁਲ ਮੁਨਾਸਿਬ ਹੈਗੀ ਤੇ ਬੜੇ ਵਧੀਆ ਉਹਦੇ ਨਾਲ ਚੱਲ ਰਿਹਾ ਹੈਗਾ ਪੰਜਾਬ 'ਚ। ਜਿਵੇਂ ਤੁਸੀਂ ਦੱਸਿਆ ਵੀ ਸਾਊਥ ਦਾ ਹੈਗਾ ਇਹ ਜਿਹੜੀ ਫਸਲ ਹੈ ਇਹ ਸਾਊਥ ਦੀ ਹੈ, ਤੇ ਪੰਜਾਬ ਦੇ ਵਿੱਚ ਸੰਭਵ ਸੀਗੀ ਜਾਂ ਕੁਝ ਚੇਂਜਿਸ ਕਰਨੀਆਂ ਪਈਆਂ ਜਾਂ ਕਲਾਈਮੇਟ ਦਾ ਕੁਝ ਫਰਕ ਪੈਂਦਾ? ਨਹੀਂ, ਕੋਈ ਜ਼ਿਆਦਾ ਫਰਕ ਨਹੀਂ। ਸਾਨੂੰ ਸਿਰਫ ਸਰਦੀਆਂ 'ਚ ਥੋੜੀ ਪ੍ਰੋਬਲਮ ਆਉਂਦੀ ਹੈ, ਕਿਉਂਕਿ ਜੇ ਛੋਟਾ ਪਲਾਂਟ ਹੁੰਦਾ ਤਾਂ ਸਰਦੀਆਂ 'ਚ ਉਹਨੂੰ ਢੱਕਣਾ ਪੈਂਦਾ ਤਰੇਲ ਤੋਂ। ਬਾਕੀ ਗਰਮੀ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਗਰਮੀ ਨੂੰ ਚਾਹੀਦੀ। ਪੰਜਾਬ 'ਚ ਵੀ ਗਰਮੀ ਵੱਧ ਵੀ ਪੈਂਦੀ ਹੈਗੀ, ਇੰਨੀ ਕੋਈ ਉਹ ਨਹੀਂ ਹੈਗੀ। ਤੇ ਸਰਦੀਆਂ 'ਚ ਹੈਗੀ ਥੋੜੀ ਪ੍ਰੋਬਲਮ। ਸਰਦੀਆਂ 'ਚ ਕਈ ਵਾਰ ਛੋਟਾ ਜਿਹੜਾ ਪਲਾਂਟ ਰਹੇਗਾ ਉਹ ਤੁਹਾਨੂੰ ਢੱਕਣਾ ਪੈਣਾ ਹੈਗਾ। ਹਾਂਜੀ। ਅੱਛਾ, ਮੈਨੂੰ ਇੱਕ ਗੱਲ ਦੱਸਿਓ, ਜਿੱਦਾਂ ਆਪਾਂ ਆਮ ਚੰਦਨ ਦੀ ਕਈ ਵਾਰ ਜੇ ਅਗਰਬੱਤੀ ਘਰ ਦੇ ਵਿੱਚ ਲਾ ਲੈਂਦੇ ਆ, ਕਈ ਵਾਰ ਉਹਦੇ ਉੱਤੇ ਚੰਦਨ ਵੁੱਡ ਲਿਖਿਆ ਹੁੰਦਾ, ਉਹ ਲਾ ਲਈਏ, ਜਾਂ ਆਪਾਂ ਕਈ ਵਾਰ ਚੰਦਨ ਦੀ ਲੱਕੜੋਂ ਬਾਜ਼ਾਰੋਂ ਕੋਈ ਛੋਟੀ ਮੋਟੀ ਲੱਕੜ ਮਿਲ ਜਾਂਦੀ ਹੈ, ਉਹਦੀ ਖੁਸ਼ਬੂ ਬਹੁਤ ਸੋਹਣੀ ਆਉਂਦੀ ਹੈ। ਕੀ ਜਿਹੜੇ ਇੱਥੇ ਆਪਾਂ ਪੌਦੇ ਤਿਆਰ ਕਰ ਰਹੇ ਹਾਂ ਸੇਮ ਉਹੀ ਚੀਜ਼ ਹੈ? ਸੇਮ ਉਹੀ ਚੀਜ਼ ਹੈ, ਇਹਦੇ 'ਚ ਕੋਈ ਫਰਕ ਨਹੀਂ ਹੈਗਾ। ਬਾਕੀ ਚੰਦਨ ਦੀ ਸਮੈਲ ਜਿਹੜੀ ਇਹਦੀ ਹਾਰਡਵੁੱਡ ਤੋਂ ਆਉਂਦੀ ਹੈਗੀ। ਇਹਦੀ ਸਾਰਿਆਂ ਤੋਂ ਕੋਸਟਲੀ ਚੀਜ਼ ਹਾਰਡਵੁੱਡ ਹੀ ਹੈਗੀ। ਬਾਕੀ ਜਿਹੜੀ ਆਪਾਂ ਅਗਰਬੱਤੀ ਦੀ ਗੱਲ ਕਰੀਏ, ਉਹ ਸਾਰੀ ਲਗਭਗ ਵੇਸਟੇਜ ਹੀ ਹੈਗੀ, ਜਿਹੜੀ ਵੇਸਟੇਜ ਵਿਕਦੀ ਹੈਗੀ ਮਾਰਕੀਟ 'ਚ। ਹਾਂਜੀ, ਮੇਨ ਹਾਰਡਵੁੱਡ ਤਾਂ ਮੈਡੀਸਨ ਜਾਂ ਉਹਦੇ 'ਚ ਹੀ ਕੰਮ ਆਉਂਦੀ ਹੈਗੀ। ਹਾਂਜੀ, ਤਾਂ ਇਹ ਸੇਮ ਚੀਜ਼ ਉਹੀ ਹੈ ਜਿਹੜੀ ਆਪਾਂ ਸਿਰਫ ਇੱਕ ਟੀਵੀਆਂ ਤੇ ਦੇਖਦੇ ਆ, ਜਾਂ ਉਹਨਾਂ ਚੀਜ਼ਾਂ ਨੂੰ ਕਈ ਵਾਰ ਪੈਕਿੰਗ ਦੇ ਵਿੱਚ ਇਸਤੇਮਾਲ ਕਰਦੇ ਆ, ਛੋਟੀ ਮੋਟੀ ਲੱਕੜ ਨੂੰ, ਤਾਂ ਉਹ ਸਾਡੇ ਪੰਜਾਬ ਦੇ ਕਿਸਾਨ ਖੇਤਾਂ ਦੇ ਵਿੱਚ ਹੁਣ ਬੀਜ ਵੀ ਸਕਦੇ ਨੇ। ਕਿੰਨਾ ਕੁ ਖਰਚ ਆਉਂਦਾ ਹੈ ਜੀ ਇੱਕ ਬੂਟੇ ਨੂੰ ਤਿਆਰ ਕਰਨ ਦੇ ਉੱਤੇ? ਬੂਟੇ ਨੂੰ ਤਿਆਰ ਕਰਨ ਦਾ ਲਗਭਗ 35 ਤੋਂ 40 ਰੁਪਏ ਇੱਕ ਬੂਟਾ ਜਿਹੜਾ ਛੋਟਾ ਤਿਆਰ ਕਰਦੇ ਆਪਾਂ, ਉਹ ਆਉਂਦਾ ਹੈਗਾ। ਤੇ ਪੰਜਾਬ ਸਰਕਾਰ ਨੇ ਇੱਕ ਸਬਸਿਡੀ ਤਹਿਤ ਹੀ ਇਹਨੂੰ 35 ਰੁਪਏ ਦੀ ਸੇਲ 'ਚ ਹੀ ਰੱਖਿਆ ਹੋਇਆ। ਤੇ ਅਦਰ ਸਟੇਟ ਨੂੰ ਅਸੀਂ 45 ਰੁਪਏ ਦਾ ਬੂਟਾ ਵੇਚਦੇ ਹੈਗੇ। ਅੱਛਾ, ਸਬਸਿਡੀ ਜਿਹੜੀ ਆ ਉਹ ਬੂਟੇ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਮਿਲ ਜਾਂਦੀ ਹੈ? ਜਿਹੜਾ 45 ਦਾ ਬੂਟਾ ਵੇਚਦੇ ਹੋ 35 ਦਾ ਦਿੰਦੇ ਹੋ? ਹਾਂਜੀ, 35 ਦਾ ਉਹ ਸਿੱਧੇ ਤੌਰ ਤੇ ਹੋ ਜਾਂਦੀ ਹੈ। ਇਨ ਐਡੀਸ਼ਨ ਇੱਕ ਐਗਰੋ ਫੋਰੈਸਟਰੀ ਸਕੀਮ ਹੈਗੀ, ਉਹ ਪੂਰੇ ਪੰਜਾਬ 'ਚ ਚੱਲ ਰਹੀ ਹੈ। ਉਹ ਜਿਹੜਾ ਵੀ ਬੰਦਾ ਆਪਣੇ ਜਿੱਥੇ ਵੀ ਪਲਾਂਟ ਲਗਾਉਂਦਾ, ਜਿਸ ਵੀ ਡਿਸਟ੍ਰਿਕਟ 'ਚ, ਉਹ ਲੋਕਲ ਐਡਮਿਨਿਸਟ੍ਰੇਸ਼ਨ ਨਾਲ ਲਿੰਕ ਅਪ ਕਰਕੇ ਉਹਦੀ ਅਲੱਗ ਸਬਸਿਡੀ ਲੈ ਸਕਦਾ ਬੂਟੇ ਦੀ। ਅੱਛਾ, ਹਾਂਜੀ। ਤਾਂ ਕਲਾਈਮੇਟ ਦਾ ਕੋਈ ਜ਼ਿਆਦਾ ਅਸਰ ਨਹੀਂ ਹੈ? ਨਹੀਂ, ਕਲਾਈਮੇਟ ਦਾ ਕੋਈ ਜ਼ਿਆਦਾ ਅਸਰ ਨਹੀਂ। ਫਸਲ ਹੁੰਦੀ ਕਦੋਂ ਆ? ਕਦੋਂ ਇਹ ਬੀਜਣੀ ਚਾਹੀਦੀ ਹੈ ਫਸਲ? ਕਦੋਂ ਇਸ ਦੀ ਪੈਦਾਵਾਰ ਜਾਂ ਕਦੋਂ ਖੇਤੀ ਇਸ ਦੀ ਕਰਨੀ ਜਿਹੜੀ ਚਾਹੀਦੀ ਹੈ? ਕਦੋਂ ਪੌਦੇ ਲਾਉਣੇ ਚਾਹੀਦੇ ਨੇ? ਇਹ ਫਿਲਹਾਲ ਬੜਾ ਵਧੀਆ ਵਕਤ ਹੈਗਾ, ਜੂਨ ਜੁਲਾਈ ਦਾ ਮਹੀਨਾ। ਜੂਨ ਜੁਲਾਈ 'ਚ ਆਪਾਂ ਜਿਹੜਾ ਬੂਟਾ ਲਗਾਵਾਂਗੇ ਉਹ ਸਾਡਾ ਦਸੰਬਰ ਤੱਕ ਸਟੈਂਡ ਹੋ ਜਾਏਗਾ, ਤਾਂ ਉਹਨੂੰ ਔਂਸ ਦੀ ਜ਼ਿਆਦਾ ਮਾਰਨੀ ਪਏਗੀ। ਜੇ ਆਪਾਂ ਬੂਟਾ ਲੇਟ ਲਗਾਵਾਂਗੇ, ਅਗਸਤ ਸਤੰਬਰ 'ਚ ਲਗਾਵਾਂਗੇ, ਤਾਂ ਉਹਨੂੰ ਸਾਨੂੰ ਢੱਕਣਾ ਪਏਗਾ। ਇਸ ਕਰਕੇ ਮੈਂ ਤਾਂ ਇਹ ਸੁਜੈਸਟ ਕਰਦਾ ਕਿ ਆਪਾਂ ਜੁਲਾਈ ਲਾਸਟ ਤੱਕ ਬੂਟਾ ਲਗਾ ਦਈਏ। ਅੱਛਾ ਡਾਕਟਰ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਇਹ ਬੀਜ, ਮੈਂ ਚਾਹੂੰਗਾ ਆ ਜਾਓ ਆਪਾਂ ਚੱਲਦੇ ਗੱਲ ਕਰਦੇ ਹਾਂ। ਜਿਸ ਤਰੀਕੇ ਨਾਲ ਇਸ ਚੀਜ਼ ਨੂੰ ਤਿਆਰ ਕੀਤਾ ਹੋਇਆ, ਪੌਦੇ ਤਿਆਰ ਕਰ ਲਏ ਤੁਸੀਂ, ਅੱਗੇ ਥੈਲੀਆਂ ਦੇ ਵਿੱਚ ਚਲੇ ਗਏ, ਅੱਗੇ ਕਿਸਾਨਾਂ ਨੂੰ ਫਿਰ ਕਿਸ ਤਰੀਕੇ ਦੇ ਨਾਲ ਬੀਜਣ ਵਾਸਤੇ ਜਾਂ ਕਿਸਾਨਾਂ ਨੂੰ ਕੋਈ ਖਾਸ ਤੌਰ ਦੇ ਉੱਤੇ ਟ੍ਰੇਨਿੰਗ ਦੇਣੀ ਪੈਂਦੀ ਹੈ? ਕਿਉਂਕਿ ਫਸਲ ਨਵੀਂ ਹੈ ਉਹਨਾਂ ਦੇ ਵਾਸਤੇ ਵੀ।
ਜਨਰਲ ਇਨਫੋਰਮੇਸ਼ਨ ਉਹਨਾਂ ਨੂੰ ਇੱਥੇ ਜਦੋਂ ਆਉਂਦੇ ਹੈਗੇ ਉਹਨਾਂ ਨੂੰ ਕਿਸ ਤਰ੍ਹਾਂ ਲਗਾਉਣਾ, ਇਹਦਾ ਹੋਸਟ ਪਲਾਂਟ ਕਿੱਦਾਂ ਹੋਏਗਾ, ਦੂਜਾ ਸੈਕੰਡ ਹੋਸਟ ਪਲਾਂਟ ਕਿੱਦਾਂ ਹੋਏਗਾ, ਉਹ ਅਸੀਂ ਜਦੋਂ ਇੱਥੇ ਕਿਸਾਨ ਆਉਂਦੇ ਹੈਗੇ ਤਾਂ ਉਹਨਾਂ ਨੂੰ ਦੱਸ ਦਈਦਾ। ਤੇ ਇਨ ਐਡੀਸ਼ਨ ਜੇ ਕੋਈ ਲੋਡ ਹੋਵੇ ਤਾਂ ਟੈਲੀਫੋਨ ਮੋਬਾਈਲ ਨੰਬਰ ਉਹਨਾਂ ਕੋਲ ਹੁੰਦਾ ਹੈ ਤੇ ਫੋਨ ਤੇ ਵੀ ਪੁੱਛ ਲੈਂਦੇ ਜੀ ਬੂਟਾ ਮੇਰਾ ਪੀੜਾ ਪੈ ਗਿਆ ਜਾਂ ਇਹ ਪ੍ਰੋਬਲਮ ਹੈਗੀ ਤਾਂ ਇਹਨੂੰ ਕਿਹੜਾ ਸਪਰੇਅ ਕਰੀਏ, ਉਹ ਆਪਾਂ ਉਹਨਾਂ ਨੂੰ ਫੋਨ ਤੇ ਇਨਫੋਰਮੇਸ਼ਨ ਦੇ ਦਈਦੀ ਹੈ। ਕੋਈ ਖਾਸ ਚੀਜ਼ ਦਾ ਧਿਆਨ ਵੀ ਰੱਖਣਾ ਪੈਂਦਾ ਇਹਦੀ ਪੈਦਾਵਾਰ ਕਰਨ ਵਾਸਤੇ? ਇਹਦੇ ਖਾਸ ਇਹਦਾ ਹੋਸਟ ਪਲਾਂਟ ਦਾ ਧਿਆਨ ਰੱਖਣਾ ਪੈਂਦਾ ਕਿ ਹੋਸਟ ਪਲਾਂਟ ਤੋਂ ਬਿਨਾਂ ਨਾ ਹੋਵੇ, ਪਾਣੀ ਇਹਦੇ 'ਚ ਖੜਾ ਨਾ ਹੋਵੇ, ਜ਼ਿਆਦਾ ਪਾਣੀ ਨਹੀਂ ਰਿਕੁਆਇਰਡ ਨਹੀਂ ਇਹਨੂੰ। ਅੱਛਾ, ਆਪਾਂ ਧਾਨ ਦੀ ਖੇਤੀ ਕਹੀਏ ਇਹਦੇ ਨਾਲ ਤਾਂ ਨਹੀਂ ਹੋਣੀ ਹੈਗੀ। ਅੱਛਾ, ਹਾਂਜੀ, ਇਹ ਥੋੜਾ ਜਿਹਾ ਡਰਾਈ ਮਤਲਬ ਉਹ ਮੰਗਦਾ ਹੈਗਾ, ਜਿੰਨਾ ਡਰਾਈ ਰਹੇਗਾ ਉਹਦੇ 'ਚ ਹਾਰਡਵੁੱਡ ਵੀ ਉਨੀ ਵਧੀਆ ਤਿਆਰ ਹੋਏਗੀ। ਅੱਛਾ, ਮਤਲਬ ਤੁਹਾਡੇ ਕਹਿਣ ਦਾ ਮਤਲਬ ਜੇ ਆਪਾਂ ਖੇਤ ਦੇ ਵਿੱਚ ਵੀ ਇਹਨੂੰ ਲਾਉਣਾ ਹੈ ਤੇ ਉਹਦੇ ਨਾਲ ਇੱਕ ਸਪੋਰਟ ਵਾਸਤੇ ਇੱਕ ਪਲਾਂਟ ਹੋਰ ਜ਼ਰੂਰ ਲਾਉਣਾ ਪੈਣਾ। ਹਾਂਜੀ, ਸਪੋਰਟ ਵਾਸਤੇ ਆਪਾਂ ਇੱਕ ਲਾਈਨ ਜਿੱਦਾਂ ਚੰਦਨ ਦੀ ਲਗਾਈ ਹੈ ਤੇ 3 ਮੀਟਰ ਤੇ ਇੱਕ ਲਾਈਨ ਆਂਵਲੇ ਦੀ ਜਾਂ ਹਰੜ ਦੀ ਜਾਂ ਭੇੜੇ ਦੀ ਜਾਂ ਕੋਈ ਇਦਾਂ ਦਾ ਪਲਾਂਟ ਜਾਂ ਕੋਈ ਇਨਕਮ ਵਾਲਾ ਫਰੂਟ ਪਲਾਂਟ ਲਗਾ ਦਈਏ, ਜਿੱਦਾਂ ਬੈਰ ਲਗਾ ਦਈਏ, ਤਾਂ ਉਹਦੇ ਨਾਲ ਇਹਨੂੰ ਖੁਰਾਕ ਵੀ ਮਿਲਦੀ ਰਹੇਗੀ, ਇਹ ਵੀ ਚੱਲਿਆ ਰਹੇਗਾ, ਤਾਂ ਤੁਹਾਡੀ ਖੇਤੀ ਵੀ ਚੱਲੀ ਰਹੇਗੀ ਤੇ ਇਨਕਮ ਵੀ ਕੰਟੀਨਿਊ ਹੁੰਦੀ ਰਹੇਗੀ। ਅੱਛਾ, ਇਹ ਤਾਂ ਫਿਰ ਮੈਨੂੰ ਲੱਗਦਾ ਵੀ ਇੱਕ ਤੀਰ ਦੇ ਨਾਲ ਦੋ ਨਿਸ਼ਾਨਿਆਂ ਵਾਲੀ ਗੱਲ ਹੋ ਸਕਦੀ ਹੈ, ਹਨਾ, ਵੀ ਇੱਕ ਚੀਜ਼ ਤੋਂ ਆਪਾਂ ਚੰਦਨ ਦੀ ਖੇਤੀ ਕਰ ਰਹੇ ਹਾਂ ਤਾਂ ਦੂਸਰੇ ਪਾਸੇ ਆਪਾਂ ਕੋਈ ਲੋਕਲ ਹੋਰ ਫਸਲ ਵੀ ਲੈ ਸਕਦੇ। ਹਾਂਜੀ, ਬਿਲਕੁਲ ਵਧੀਆ ਉਹ ਹੈਗੀ। ਉਹਦੇ ਨਾਲ ਇਹ ਵੀ ਰਹਿੰਦਾ ਕਿ ਆਪਾਂ ਚੰਦਨ ਦਾ ਵੀ ਧਿਆਨ ਰੱਖ ਲੈਂਦੇ ਹਾਂ। ਆਪਾਂ ਖੇਤ 'ਚ ਜਾਂਦੇ ਰਹਿੰਦੇ ਹਾਂ, ਦੂਜੀ ਫਸਲ ਨੂੰ 6 ਮਹੀਨੇ ਬਾਅਦ ਜੇ ਫਰੂਟ ਹੈਗਾ ਤਾਂ 6 ਮਹੀਨੇ ਸਾਲ ਬਾਅਦ ਜਦੋਂ ਤੋੜਦੇ ਹਾਂ ਤੇ ਚੰਦਨ ਦਾ ਜੇ ਆਪਾਂ ਉੱਦਾਂ ਲਾ ਦਈਏ ਆਪਾਂ ਤੇ ਦੁਬਾਰਾ ਖੇਤ 'ਚ ਆਪਾਂ ਜਾਣਾ ਨਹੀਂ ਕਿ ਚੰਦਨ ਦਾ 17 ਸਾਲ ਬਾਅਦ ਤਿਆਰ ਹੋਣਾ ਜਾਂ 20 ਸਾਲ ਬਾਅਦ, ਤੇ ਇੱਕ ਸਾਡਾ ਰੂਟੀਨ ਜਿਹਾ ਬਣਦਾ ਰਹਿੰਦਾ। ਉਹਦੇ ਨਾਲ ਚੰਦਨ ਦੀ ਕੇਅਰ ਵੀ ਬਹੁਤ ਵਧੀਆ ਹੁੰਦੀ ਹੈਗੀ ਤੇ ਚੰਦਨ ਨੂੰ ਉਹਦੀ ਡਾਈਟ ਵੀ ਮਿਲਦੀ ਰਹਿੰਦੀ ਹੈਗੀ। ਡਾਈਟ ਖਾਸ ਤੌਰ ਦੇ ਉੱਤੇ ਉਹਨੇ ਨਾਲ ਦੇ ਪੌਦੇ ਤੋਂ ਹੀ ਲੈਣੀ, ਪੌਦਿਆਂ ਤੋਂ ਲੈਣੀ। ਹਾਂਜੀ, ਉੱਦਾਂ ਕੀ ਡਾਈਟ ਹੁੰਦੀ ਹੈ ਇਹਦੀ? ਕੋਈ ਆਪਾਂ ਪੈਸਟੀਸਾਈਡ ਵਗੈਰਾ ਕੋਈ ਇੱਦਾਂ ਦੀ ਕੋਈ ਲੋੜ ਨਹੀਂ, ਇਹਨੂੰ ਕੋਈ ਪੈਸਟੀਸਾਈਡ ਦੀ ਕੁਝ ਲੋੜ ਨਹੀਂ ਹੈਗੀ। ਤੇ ਇੱਕ ਆਪਾਂ ਸੁਜੈਸਟ ਕਰਦੇ ਹਾਂ ਪਿਕਾਸੋ ਗੋਲਡ ਜਾਂ ਗ੍ਰੀਨ ਗਲੋ, ਉਹ ਸਪਰੇਅ ਉਹ ਮਾਈਕਰੋ ਨਿਊਟ੍ਰੀਐਂਟ ਹੈਗੇ, ਤੇ ਮਾਈਕਰੋ ਨਿਊਟ੍ਰੀਐਂਟ ਦਾ ਸਪਰੇਅ ਸਟਾਰਟਿੰਗ ਜਿਹਨੂੰ ਛੋਟੇ ਬੂਟੇ ਨੂੰ ਦੇ ਦਈਏ ਤਾਂ ਕਿ ਬੂਟਾ ਪੁੰਗਾਰਾ ਫੜ ਜਾਏ, ਇੱਕ ਨਹੀਂ ਚੱਲ ਪਿਆ, ਇੱਕ ਨੇ ਬੂਟਾ ਚੱਲ ਪਿਆ ਫਿਰ ਰੁਕਦਾ ਨਹੀਂ ਹੈਗਾ। ਫਿਰ ਤੁਸੀਂ ਪਾਣੀ ਘੱਟ ਵੀ ਲਾਓਗੇ ਤਾਂ ਵੀ ਚੱਲੇਗਾ, ਕਿਉਂਕਿ ਪਾਣੀ ਇਹਨੂੰ ਜ਼ਿਆਦਾ ਚਾਹੀਦਾ ਨਹੀਂ, ਪਾਣੀ ਖੜਾ ਨਹੀਂ ਹੋਣਾ ਚਾਹੀਦਾ। ਅੱਛਾ, ਇਹਦੇ ਵਿੱਚ ਪਾਣੀ ਦੀ ਜ਼ਿਆਦਾ ਲੋੜ ਨਹੀਂ ਹੈਗੀ, ਚਲੋ ਪਾਣੀ ਵੀ ਬਚਦਾ ਸਾਡਾ। ਹਾਂਜੀ ਹਾਂਜੀ, ਪਾਣੀ ਬਚਦਾ। ਅੱਛਾ, ਇਹ ਨਰਸਰੀ ਤੋਂ ਜਿਹੜੇ ਬੂਟੇ ਤਿਆਰ ਹੋਏ ਨੇ ਕਿੰਨੇ ਦਿਨਾਂ ਦੇ ਨੇ, ਕਿੰਨੇ ਦਿਨ ਬਾਅਦ ਕਿਸਾਨ ਇੱਥੋਂ ਲਿਜਾ ਸਕਦੇ? ਲਗਭਗ 5 ਮਹੀਨੇ ਜਾਂ 6 ਮਹੀਨੇ ਆਪਾਂ ਮੰਨ ਕੇ ਚੱਲੀਏ, 6ਵੇਂ ਮਹੀਨੇ 'ਚ ਬੂਟਾ ਨਿਕਲ ਜਾਂਦਾ ਨਰਸਰੀ ਤੋਂ। 6 ਮਹੀਨੇ ਬਾਅਦ ਬੂਟਾ ਵੇਚ ਦਿਓ? ਹਾਂਜੀ ਹਾਂਜੀ, 35 ਰੁਪਏ ਕੀਮਤ ਹੈ? 35 ਰੁਪਏ ਕੀਮਤ ਹੈ। ਅੱਛਾ, ਬੂਟੇ ਤਿਆਰ ਹੋਏ ਵੀ ਹੋਣੇ ਤੁਹਾਡੇ ਕੋਲ ਇੱਥੇ? ਹਾਂਜੀ, ਆਹ ਬੂਟੇ ਮੇਰੇ ਕੋਲ ਤਿਆਰ ਹੈਗੇ ਜੀ, ਲਗਭਗ ਇਸ ਲਈ 30,000 ਬੂਟਾ ਤਿਆਰ ਹੈਗਾ। ਅੱਛਾ, 30,000 ਬੂਟਾ ਹੁਣ ਤੱਕ ਤੁਸੀਂ ਜਿਹੜਾ ਅੱਗੇ ਵੇਚਣ ਵਾਸਤੇ ਤਿਆਰ ਕਰ ਲਿਆ। ਇਸ ਤੋਂ ਇਲਾਵਾ ਜਿਹੜੇ ਬੀਜੇ ਤੁਹਾਡੇ ਆਪਣੇ ਜਿਨ੍ਹਾਂ ਦੀ ਦੇਖਭਾਲ ਕੀਤੀ ਹੈ, ਕੁਝ ਸਾਲਾਂ ਦੀ ਉਮਰ ਵਾਲੇ ਬੂਟੇ ਹੋਣਗੇ? ਹਾਂ, ਉਹ ਵੀ ਤੁਹਾਨੂੰ ਮੈਂ ਦਿਖਾ ਦੇਣਾ। ਤਾਂ ਆਪਾਂ ਚੱਲਦੇ ਹਾਂ ਉਸ ਬਾਗ ਦੇ ਵਿੱਚ ਵੀ ਜਿੱਥੇ ਚੰਦਨ ਦੇ ਵੱਡੇ ਦਰਖਤ ਨੇ। ਇਹਨਾਂ ਪੌਦਿਆਂ ਤੋਂ ਹੀ ਤਿਆਰ ਕਰਕੇ ਉਹਨਾਂ ਨੂੰ ਵੱਡੇ ਕੀਤਾ ਹੈ, ਔਰ ਕਿੰਨੀ ਉਹਨਾਂ ਦੀ ਉਮਰ ਹੈ, ਕਿਸ ਤਰੀਕੇ ਦੇ ਨਾਲ ਅੱਗੇ ਉਹਦੀ ਹੁਣ ਮਾਰਕੀਟਿੰਗ ਹੋਵੇਗੀ, ਕਿਸ ਤਰੀਕੇ ਦੀ ਲੱਕੜ ਉਹਦੇ ਵਿੱਚੋਂ ਮਿਲਦੀ ਹੈ, ਕਿੰਨੀ ਉਹਦੀ ਕੀਮਤ ਹੈ, ਇਹਦੇ ਬਾਰੇ ਵੀ ਜਾਣਕਾਰੀ ਲੈਣ ਲਈ ਉਸ ਬਾਗ ਦੇ ਵਿੱਚ ਚੱਲਦੇ ਹਾਂ। ਤਾਂ ਚੰਦਨ ਦੇ ਤੁਸੀਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਬੀਜ ਤੋਂ ਲੈ ਕੇ ਪੌਦੇ ਨੂੰ ਤਿਆਰ ਕੀਤਾ ਜਾਂਦਾ, ਔਰ 6 ਮਹੀਨੇ ਉਸ ਦੀ ਦੇਖਭਾਲ ਕਰਨ ਤੋਂ ਬਾਅਦ ਫਿਰ ਉਹਨੂੰ ਖੇਤ ਦੇ ਵਿੱਚ ਲਗਾਇਆ ਜਾਂਦਾ। ਖੇਤ ਦੇ ਵਿੱਚ ਲਗਾਉਣ ਦਾ ਸਿਸਟਮ ਕੀ ਹੈ? ਆਪਾਂ ਖੇਤ ਦੇ ਵਿੱਚ ਹੀ ਖੜੇ ਹਾਂ ਜਿੱਥੇ ਚੰਦਨ ਦੇ ਦਰਖਤ ਲੱਗੇ ਹੋਏ ਨੇ। ਬਿਲਕੁਲ ਜਿਹੜੀ ਹੈ ਉਮਰ ਇਹਨਾਂ ਦੀ ਮੈਨੂੰ ਲੱਗਦਾ 5-6 ਸਾਲ ਦੇ ਕਰੀਬ ਹੋਊਗੀ, ਬਾਕੀ ਵਧੇਰੇ ਜਾਣਕਾਰੀ ਲੈਂਦੇ ਹਾਂ। ਸਰ, ਜਿਵੇਂ ਪੌਦੇ ਉੱਥੋਂ ਤਿਆਰ ਹੋ ਗਏ, ਖੇਤਾਂ ਦੇ ਵਿੱਚ ਲਾਉਣੇ ਆ, ਕਿਸ ਤਰੀਕੇ ਦੇ ਨਾਲ ਪਲਾਂਟੇਸ਼ਨ ਹੁੰਦੀ ਹੈ? ਫਿਰ ਸਾਰਿਆਂ ਤੋਂ ਪਹਿਲੇ ਆਪਾਂ ਇਹਨਾਂ ਦੀ ਡਿਸਟੈਂਸ ਦਾ ਧਿਆਨ ਰੱਖਣਾ। ਇਹ ਬੂਟੇ ਤੋਂ ਬੂਟਾ ਡਿਸਟੈਂਸ 3 ਮੀਟਰ ਦੀ, ਲਗਭਗ 10 ਫੁੱਟ ਤੋਂ ਘੱਟ ਡਿਸਟੈਂਸ ਰੱਖਣੀ ਤਾਂ ਕਿ ਬੂਟਾ ਸਹੀ ਢੰਗ ਨਾਲ ਤਿਆਰ ਹੋ ਸਕੇ। ਦੂਜਾ, ਇਸ ਬੂਟੇ ਨਾਲ ਜਿਹੜੀ ਦੂਜੀ ਰੋ ਜਿਸ ਤਰ੍ਹਾਂ ਇੱਥੇ ਲਗਾਈ ਹੋਈ ਹੈ, ਆਪਾਂ ਇਹ ਪਿੱਛੇ ਦੇਖੀਏ ਤੇ ਹਰੜ ਦਾ ਬੂਟਾ ਹੈ, ਇਸ ਇੱਕ ਹਰੜ ਦੀ ਲਾਈਨ ਹੈ ਤੇ ਇੱਕ ਚੰਦਨ ਦੀ ਲਾਈਨ ਹੈ, ਉਹ ਤੋਂ ਬਾਅਦ ਫਿਰ ਚੰਦਨ ਦੀ ਲਾਈਨ ਹੈ ਤੇ ਉਹ ਤੋਂ ਬਾਅਦ ਫਿਰ ਆਮਲੇ ਦੀ ਲਾਈਨ ਹੈ। ਇਹਨੂੰ ਮਿਕਸ ਕਰਕੇ ਲਗਾਉਂਦੇ ਹੈਗੇ ਤਾਂ ਕਿ ਚੰਦਨ ਨੂੰ ਸਹੀ ਗਰੋਥ ਮਿਲ ਸਕੇ ਤਾਂ ਸਹੀ ਨਿਊਟ੍ਰੀਐਂਟ ਮਿਲ ਸਕਣ। ਅੱਛਾ, ਇਹ ਜੜ ਤੋਂ ਜੜ ਹੀ ਆਪਣੀ ਖੁਰਾਕ ਖਾਂਦਾ ਹੈ? ਜੜ ਤੋਂ ਜੜ ਖਾਂਦਾ ਹੈ, ਪੈਰਾਸਾਈਟ ਕਰਕੇ ਜੜ ਤੋਂ ਜੜ ਖੁਦ ਵੀ ਤਿਆਰ ਕਰਦਾ ਹੈ, ਲੇਕਿਨ ਖੁਦ ਬਹੁਤ ਘੱਟ ਤਿਆਰ ਕਰਦਾ, ਡਿਪੈਂਡੈਂਟ ਜ਼ਿਆਦਾ ਹੈਗਾ। ਜਿਵੇਂ ਆਪਾਂ ਆਹ ਬੂਟਾ ਦੇਖ ਰਹੇ ਹਾਂ, ਕਿੰਨੀ ਕੁ ਦੀ ਏਜ ਹੋਊਗੀ ਇਹਦੇ ਬਾਗ ਨੂੰ? ਕਿੰਨੀ ਕੁ ਦੇਰ ਹੋ ਗਈ? 5 ਸਾਲ ਉਮਰ ਹੈਗੀ ਇਹਦੀ, ਲਗਭਗ 5 ਸਾਲ। ਇਹ ਜਗ੍ਹਾ ਸਾਡੀ ਜਿਹੜੀ ਖੱਡ ਹੈਗੀ, ਖੱਡ 'ਚ ਅਸੀਂ ਤਿਆਰ ਕੀਤਾ ਹੈਗਾ। ਜਦੋਂ ਆਪਾਂ ਇਹਨੂੰ ਖੇਤ 'ਚ ਲਗਾਵਾਂਗੇ ਜਾਂ ਵਧੀਆ ਜਗ੍ਹਾ 'ਤੇ ਲਗਾਵਾਂਗੇ ਤਾਂ ਇਹਦੀ ਗਰੋਥ ਹੋਰ ਵੀ ਵਧੀਆ ਹੋਏਗੀ। ਅੱਛਾ ਜੀ, ਹਾਂਜੀ।
ਇਹ 6 ਤੋਂ 7 ਸਾਲ ਦਾ ਇਹ ਕਦੋਂ ਪੂਰਾ ਤਿਆਰ ਕਦੋਂ ਹੋਊਗਾ ਜਦੋਂ ਮਾਰਕੀਟ ਦੇ ਵਿੱਚ ਵਿਕਣ ਨੂੰ? ਮਾਰਕੀਟ 'ਚ ਘੱਟ ਤੋਂ ਘੱਟ 17 ਸਾਲ ਲੱਗਣਗੇ ਇਹਨੂੰ। ਅੱਛਾ ਜੀ 17 ਸਾਲ 'ਚ ਇਹਦੀ ਹਾਰਡਵੁੱਡ ਤਿਆਰ ਹੋਏਗੀ, ਉਸ ਤੋਂ ਬਾਅਦ ਇਹ ਵੇਚਣ ਯੋਗ ਹੋਏਗਾ। ਅੱਛਾ ਜੀ ਹਾਂਜੀ। ਅੱਛਾ ਕੀਮਤ ਦੀ ਗੱਲ ਕਰੀਏ ਤਾਂ ਕਿੰਨੀ ਕੁ ਕੀਮਤ ਕਿੰਨੀ ਕੁ ਹੈ ਇਹਦੀ? ਕੀਮਤ ਫਿਲਹਾਲ ਆਪਾਂ ਜ਼ਿਆਦਾ ਤਾਂ ਨਹੀਂ ਇਹਦੇ ਬਾਰੇ ਦੱਸ ਸਕਦੇ, ਕਿਉਂਕਿ ਪੰਜਾਬ 'ਚ ਇਹਦੀ ਮਾਰਕੀਟਿੰਗ ਬੜੀ ਘੱਟ ਹੈਗੀ। ਅੰਮ੍ਰਿਤਸਰ ਦੱਸਿਆ ਹੈਗੀ ਕਿ ਇਹਦੀ ਮਾਰਕੀਟਿੰਗ ਹੈਗੀ, ਤੇ ਉੱਥੇ ਹਾਰਡਵੁੱਡ ਜਿਹੜੀ ਵਾਈਟ ਸੈਂਡਲ ਹੈ ਉਹ 4000 ਰੁਪਏ ਕਿਲੋ ਤੱਕ ਵਿਕੀ ਹੈ। ਅੱਛਾ ਜੀ ਤੇ ਜਦੋਂ ਇਹਦੀ ਮਾਰਕੀਟ ਵਧੀਆ ਇੱਥੇ ਬਣੇਗੀ ਤਾਂ ਕੀਮਤ ਵੀ ਹੋਰ ਜ਼ਿਆਦਾ ਵਧੀਆ ਹੋਏਗੀ। ਤੇ ਰੈੱਡ ਜਿਹੜਾ ਤੁਸੀਂ ਕਹਿੰਦੇ ਹੋ? ਰੈੱਡ ਪੰਜਾਬ 'ਚ ਹਜੇ ਸ਼ੁਰੂ ਨਹੀਂ ਕੀਤਾ, ਨਾ ਹੀ ਉਹਦਾ ਟਰਾਇਲ ਹੋਇਆ, ਕਿਉਂਕਿ ਉਹ ਸਰਦੀ 'ਚ ਕਾਫੀ ਮਨਾਉਂਦਾ ਹੈਗਾ, ਅੱਛਾ ਜੀ ਤੇ ਉਹਦੀ ਕੀਮਤ ਉਹ ਤੋਂ ਡਬਲ ਹੁੰਦੀ ਹੈ ਵਾਈਟ ਤੋਂ। ਅੱਛਾ ਉਹ ਮਤਲਬ 8000 ਰੁਪਏ ਕਿਲੋ ਨੂੰ ਹੋ ਸਕਦਾ? ਹਾਂ ਹਾਂਜੀ 8000 ਕਿਲੋ ਨੂੰ ਹੋ ਸਕਦਾ। ਤੁਹਾਡੇ ਕੋਲ ਜਿਹੜੀ ਇਹਦੀ ਵੈਰਾਈਟੀ ਹੈ ਚੰਦਨ ਦੀ, ਇਹ ਕਿਹੜੀ ਵੈਰਾਈਟੀ ਹੈ ਹੁਣ ਇੱਥੇ? ਸਾਡੇ ਕੋਲ ਸਿਰਫ ਵਾਈਟ ਸੈਂਡਲ ਹੈਗਾ। ਅੱਛਾ, ਇਹਦੀ ਦੋ ਹੀ ਵੈਰਾਈਟੀਆਂ ਆਉਂਦੀਆਂ, ਰੈੱਡ ਸੈਂਡਲ ਤੇ ਵਾਈਟ। ਅੱਛਾ ਹਾਂਜੀ ਸਾਡੇ ਕੋਲ ਵਾਈਟ ਹੈਗਾ ਸੀ ਜਿਹੜਾ ਤਿਆਰ। ਜਿਵੇਂ ਸਾਊਥ ਦੀ ਗੱਲ ਕਰ ਰਹੇ ਸੀਗੇ, ਸਾਊਥ ਦੇ ਵਿੱਚ ਵੀ ਉੱਥੇ ਕਿਹੜਾ ਹੁੰਦਾ, ਰੈੱਡ ਹੁੰਦਾ? ਉੱਥੇ ਦੋਨੋਂ ਹੁੰਦੇ ਆ, ਉੱਥੇ ਵਾਈਟ ਵੀ ਹੁੰਦਾ ਤੇ ਰੈੱਡ ਵੀ ਹੁੰਦਾ। ਕਿਸਾਨਾਂ ਦਾ ਰੁਝਾਨ ਹੈਗਾ ਇਸ ਪਾਸੇ ਨੂੰ? ਹਾਂਜੀ ਕਿਸਾਨਾਂ ਦਾ ਕਾਫੀ ਇੰਟਰਸਟ ਹੁਣ ਆਉਣ ਵਾਲੇ ਸਾਲਾਂ 'ਚ ਅਸੀਂ ਦੇਖਿਆ ਹੈਗਾ, ਪਿਛਲੇ ਸਾਲ 'ਚ ਵੀ ਕਾਫੀ ਸੀਗਾ, ਤੇ ਲੋਕੀ 10-10 20-20 ਬੂਟੇ ਕਰਕੇ, ਕਿਉਂਕਿ ਬੀਇੰਗ ਐਫਡੀ ਹੋ ਜਾਂਦਾ ਇਹ। ਆਪਾਂ 20 ਬੂਟੇ ਵੀ ਲਾਏ ਤਾਂ ਸਾਡੀ ਐਫਡੀ ਹੈਗੀ, 15-20 ਸਾਲ ਬਾਅਦ ਸਾਡੀ ਐਫਡੀ ਸਮਝ ਲਓ ਇਹ। ਤੇ ਆਪਾਂ ਇਹਨੂੰ ਹੌਲੀ ਹੌਲੀ ਖੇਤੀ 'ਚ ਲਿਆਈਏ, ਜੇ 10 ਬੂਟੇ ਵੀ ਆਪਾਂ ਲਾਉਂਦੇ ਤੇ 15-20 ਸਾਲ ਬਾਅਦ ਉਹ ਐਫਡੀ ਦੇ ਰੂਪ 'ਚ ਸਾਨੂੰ ਪੈਸੇ ਦਿੰਦੇ ਹੈਗੇ। ਤੇ ਆਪਾਂ ਖੇਤੀ ਦੇ ਨਾਲ ਨਾਲ ਇਹਨੂੰ ਅਗਰ ਟਰਾਈ ਕਰੀਏ ਤਾਂ ਬਹੁਤ ਵਧੀਆ ਚੀਜ਼ ਹੈ। ਜਿਵੇਂ ਆਪਾਂ ਪੰਜਾਬ ਦੇ ਵਿੱਚ ਤੇ ਜ਼ਿਆਦਾ ਝੋਨੇ ਤੇ ਕਣਕ ਦੀ ਫਸਲ ਦਾ ਜ਼ਿਆਦਾ ਕਿਸਾਨਾਂ ਨੂੰ ਜਿਹੜੀ ਹੈ ਉਹ ਰੁਝਾਨ ਹੈਗਾ ਉਸ ਪਾਸੇ ਨੂੰ, ਜਾਂ ਸਾਡੇ ਜੇ ਇਸ ਏਰੀਏ ਦੀ ਗੱਲ ਕੀਤੀ ਜਾਵੇ ਤਾਂ ਪਾਪੂਲਰ ਜਾਂ ਸਫੈਦੇ ਦੀ ਹੈਗੀ ਹੈ। ਇਹਦੇ ਵਿੱਚ ਵੀ ਕਣਕ ਲਗਾ ਸਕਦੇ ਆਪਾਂ? ਕਣਕ ਲਗਾ ਸਕਦੇ ਹੋ, ਲੇਕਿਨ ਜਦੋਂ ਆਪਾਂ ਝੋਨਾ ਲਗਾਉਂਦੇ ਹਾਂ ਤਾਂ ਉਹਨੂੰ ਪਾਣੀ ਦੀ ਬਹੁਤ ਲੋੜ ਹੁੰਦੀ ਹੈ, ਤੇ ਪਾਣੀ ਇਹਨੂੰ ਘੱਟ ਚਾਹੀਦਾ ਹੈਗਾ, ਤੇ ਇਸ ਕਰਕੇ ਆਪਾਂ ਸੁਜੈਸਟ ਨਹੀਂ ਕਰਦੇ ਫਿਰ ਜ਼ਿਆਦਾ ਰੇਜ਼ਡ ਬੈੱਡ ਕਰਕੇ ਲਾਇਆ ਜਾਏ ਇਹਨੂੰ। ਉਹਦੇ 'ਚ ਵੀ ਕਾਫੀ ਪ੍ਰੋਬਲਮ ਆਉਂਦੀ ਹੈਗੀ, ਤੇ ਇਸ ਕਰਕੇ ਜ਼ਿਆਦਾ ਵਧੀਆ ਕਿ ਇਹਨੂੰ ਜਿੱਥੇ ਆਪਾਂ ਫਰੂਟ ਪਲਾਂਟ ਲਗਾਏ ਹੈਗੇ, ਕਿਸਾਨ ਕਾਫੀ ਉਹਦੀ ਕਰਦੇ ਹੈਗੇ ਖੇਤੀ ਫਲਾਂ ਦੀ, ਤੇ ਜਿੱਥੇ ਆਪਾਂ ਨਿੰਬੂ ਸੰਤਰਾ ਖੱਟਾ ਇਦਾਂ ਦੇ ਪਲਾਂਟ ਲਗਾਏ ਹੋਏ ਉੱਥੇ ਮਿਕਸ ਕਰਕੇ ਇਹਨੂੰ ਲਗਾਇਆ ਜਾਏ। ਉਹਦੇ ਨਾਲ ਇੱਕ ਤਾਂ ਇਨਕਮ ਵੀ ਆਏਗੀ, ਕੇਅਰ ਵੀ ਹੋਏਗੀ, ਤੇ ਚੰਦਨ ਵਧੀਆ ਚੱਲੇਗਾ। ਕਿੰਨੇ ਕੁ ਬੂਟੇ ਤੁਸੀਂ ਤਿਆਰ ਕਰਦੇ ਹੋ ਹੁਣ, ਕਿੰਨੇ ਕੁ ਅੱਗੇ ਵਿਕ ਜਾਂਦੇ ਆ? ਲਗਭਗ ਪਿਛਲੇ ਸਾਲ ਅਸੀਂ 20000 ਬੂਟਾ ਵੇਚਿਆ ਹੈਗਾ ਜੀ, ਤੇ ਇਸ ਸਾਲ ਫਿਰ ਸਾਡਾ ਟਾਰਗੇਟ ਅੱਗੇ 20000 ਬੂਟੇ ਦਾ ਹੈਗਾ, ਤੇ ਪੂਰੇ ਪੰਜਾਬ 'ਚ ਦਿੱਤਾ ਜਾਏਗਾ। ਜਿਵੇਂ ਜਿਹੜੇ ਕਿਸਾਨਾਂ ਨੇ ਲਏ ਆ, ਕਦੇ ਵਿਜ਼ਿਟ ਕਰਦੇ ਹੋ ਉੱਥੇ ਵੀ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਉਹਨਾਂ ਦੇ? ਹਾਂਜੀ ਸਾਡੇ ਖੁਦ ਸਰਕਾਰੀ ਜੰਗਲ 'ਚ ਵੀ ਅਸੀਂ ਕੁਝ ਬੂਟੇ ਲਗਾ ਕੇ ਦੇਖੇ ਹੈਗੇ, ਉੱਥੇ ਵੀ ਵਧੀਆ ਚੱਲੇ। ਕਿਸਾਨ ਸਾਨੂੰ ਫੋਟੋ ਭੇਜਦੇ ਹੈਗੇ ਜਾਂ ਕੋਈ ਪ੍ਰੋਬਲਮ ਆਉਂਦੀ ਹੈਗੀ ਤਾਂ ਪੁੱਛਦੇ ਹੈਗੇ, ਤਾਂ ਅਸੀਂ ਉਹਨਾਂ ਦੀ ਗਰੋਥ ਦੇਖ ਕੇ ਕਾਫੀ ਖੁਸ਼ੀ ਹੁੰਦੀ ਹੈ ਕਿ ਸਾਡਾ ਤਾਂ 5 ਸਾਲ ਦਾ ਬੂਟਾ ਵੀ ਹਜੇ ਛੋਟਾ ਹੈਗਾ, ਤੇ ਉਹਨਾਂ ਦਾ 3 ਸਾਲ ਦਾ ਬੂਟਾ, ਕਿਉਂਕਿ ਉਹ ਕੇਅਰ ਬਹੁਤ ਕਰਦੇ ਹੈਗੇ, ਤੇ ਦੂਜੀ ਜ਼ਮੀਨ ਫਰਟੀਲਾਈਜ਼ ਹੈਗੀਆਂ ਤੇ ਉੱਥੇ ਕਾਫੀ ਵਧੀਆ ਤਿਆਰ ਹੁੰਦੇ ਹੈਗੇ। ਜਿਵੇਂ ਮੈਂ ਪਹਿਲਾਂ ਵੀ ਕਹਿ ਰਿਹਾ ਸੀ ਵੀ ਦਵਾਈ ਵੀ ਇਹਨੂੰ ਪਾਉਣੀ ਪੈਂਦੀ ਹੈ, ਕੋਈ ਖਾਦ ਖੁਦ ਵੀ ਪਾਉਣੀ ਪੈਂਦੀ ਹੈ? ਨਹੀਂ ਕੋਈ ਖਾਦ ਦੀ ਲੋੜ ਨਹੀਂ ਹੈਗੀ। ਜਦੋਂ ਆਪਾਂ ਸ਼ੁਰੂ 'ਚ ਇਹਨੂੰ ਲਾਣਾ ਹੈਗਾ ਤੇ ਆਪਾਂ ਦੇਸੀ ਰੂੜੀ ਅੰਦਰ ਪਾ ਦਈਏ, ਤੇ ਜੇ ਸਿਉਂਕ ਵਗੈਰਾ ਹੈਗੀ ਤੁਹਾਡੀ ਜ਼ਮੀਨ ਤੇ ਉਹਦੀ ਡੀਟੀ ਵਗੈਰਾ ਥੋੜੀ ਜਿਹੀ ਪਾ ਦਈਏ, ਜ਼ਿਆਦਾ ਹਾਰਡ ਵੀ ਕੋਈ ਦਵਾਈ ਪਾਉਣ ਦੀ ਲੋੜ ਨਹੀਂ ਹੈਗੀ ਜੀ। ਅੱਛਾ ਜ਼ਿਆਦਾ ਦਿੱਕਤ ਆਉਂਦੀ ਕੀ ਹੈ ਇਹਦੀ ਪੈਦਾਵਾਰ ਕਰਨ ਦੇ ਵਿੱਚ, ਜਿਹੜਾ ਕਿਸਾਨ ਨੂੰ ਤੁਹਾਡੇ ਸ਼ਬਦਾਂ ਦੇ ਵਿੱਚ ਸਮਝ ਆ ਜਾਵੇ ਔਰ ਕਿਸਾਨ ਉਸ ਚੀਜ਼ ਤੋਂ ਸੁਚੇਤ ਵੀ ਹੋ ਸਕਣ? ਥੋੜ੍ਹੀ ਜ਼ਿਆਦਾ ਦਿੱਕਤ ਆਉਂਦੀ ਕਿ ਇਹਨੂੰ ਟੋਆ ਨਹੀਂ ਕੱਢਣਾ ਹੈਗਾ, ਇਹਦੇ ਲਾਗੇ ਨਜ਼ਦੀਕ ਕੋਈ ਵੀ ਘਾਹ ਵਗੈਰਾ ਉਹ ਹੋਣਾ ਚਾਹੀਦਾ। ਅੱਛਾ ਹਾਂਜੀ ਮੇਨ ਇਹਦਾ ਧਿਆਨ ਇਹ ਹੈ, ਜੇ ਤੁਸੀਂ ਟੋਆ ਪੱਟਤਾ ਪਾਣੀ ਖੜਾ ਰਹਿ ਗਿਆ ਤਾਂ ਬੂਟਾ ਮਰ ਜਾਣਾ ਹੈਗਾ। ਅੱਛਾ ਤੇ ਇਸ ਕਰਕੇ ਬਰਸਾਤ 'ਚ ਵੀ ਆਪਾਂ ਇਹਦਾ ਧਿਆਨ ਰੱਖਣਾ ਕਿ ਬਰਸਾਤ 'ਚ ਵੀ ਇਦਾਂ ਨਾ ਹੋਵੇ ਕਿ ਆਪਾਂ ਟੋਆ ਪੱਟ ਕੇ ਉਹਦਾ ਪਾਣੀ ਖੜਾ ਹੋ ਜਾਏ। ਬਸ ਇਹੀ ਮੇਨ ਧਿਆਨ ਹੈ। ਜੇ ਪਹਿਲੇ ਸਾਲ ਦਾ ਬੂਟਾ ਛੋਟਾ ਹੈਗਾ ਤਾਂ ਉਹਨੂੰ ਆਪਾਂ ਸਰਦੀਆਂ ਦੇ ਮੌਸਮ 'ਚ ਢੱਕ ਸਕਦੇ ਹਾਂ ਲਿਫਾਫੇ ਨਾਲ, ਤਾਂ ਕਿ ਬੂਟਾ ਕਿਉਰ ਰਹੇ। ਇਹ ਤੋਂ ਇਲਾਵਾ ਕੋਈ ਇਹਨੂੰ ਕੋਈ ਦਵਾਈ ਦੀ ਲੋੜ ਨਹੀਂ, ਕੋਈ ਇਦਾਂ ਦੇ ਖਾਦ ਦਾ ਉਹਦੀ ਕੋਈ ਲੋੜ ਨਹੀਂ ਹੈਗੀ। ਆਪਣੇ ਇੱਧਰ ਇਹਦੀ ਜ਼ਮੀਨ ਦਾ ਜਾਂ ਸਾਊਥ ਦੇ ਵਿੱਚ ਕਲਾਈਮੇਟ ਦਾ ਬਹੁਤ ਫਰਕ ਹੈ, ਕੁਝ ਅਸਰ ਹੁੰਦਾ ਇਸ ਚੀਜ਼ ਦਾ ਵੀ? ਨਹੀਂ ਸਿਰਫ ਇੱਕ ਸਰਦੀਆਂ ਦਾ ਹੈਗਾ, ਸਰਦੀਆਂ 'ਚ ਥੋੜਾ ਜਿਹਾ ਕੋਰੇ ਦੀ ਅਸਰ ਹੁੰਦਾ ਹੈ, ਉਹ ਵੀ ਨਾਲ ਅਗਰ ਸ਼ੈਡੋ ਪਲਾਂਟਸ ਲੱਗੇ ਹੋਏ ਆ ਤਾਂ ਫਿਰ ਉਹਦਾ ਵੀ ਅਸਰ ਨਹੀਂ ਹੋਣਾ ਹੈਗਾ। ਦੂਜੀ ਗੱਲ ਜਿਹੜਾ ਬੂਟਾ 2 ਸਾਲ ਦਾ ਹੋ ਜਾਂਦਾ ਹੈਗਾ ਉਹਦੇ ਤੇ ਕੋਰੇ ਦਾ ਕੋਈ ਅਸਰ ਨਹੀਂ ਹੁੰਦਾ, 2-2.5 ਸਾਲ ਦਾ ਬੂਟਾ ਸਹਿਣ ਕਰ ਜਾਂਦਾ ਜਿੰਨਾ ਵੀ ਕੋਰਾ ਪਵੇ। ਸਿਰਫ ਛੋਟੇ ਬੂਟੇ ਤੇ ਹੀ ਅਸਰ ਹੁੰਦਾ, ਪਹਿਲੇ ਸਾਲ 'ਚ ਹੀ ਉਹਦਾ ਉਹ ਪੈਂਦਾ ਹੈਗਾ। ਹੁਣ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਕੁ ਹੈਕਟੇਅਰ ਜਿਹੜਾ ਏਰੀਆ ਇਹਦੇ ਥੱਲੇ ਹੋਊਗਾ ਹੁਣ ਚੰਦਨ ਦੀ ਖੇਤੀ ਕਿਸਾਨ? ਦੇਖੋ ਹੁਣ ਤਾਂ ਹਜੇ ਬਹੁਤ ਹੀ ਅਰਲੀ ਹੋਏਗਾ ਇਸ ਬਾਰੇ ਕਹਿਣਾ, ਕਿਉਂਕਿ ਵੱਧ ਤੋਂ ਵੱਧ 50-60 ਹਜ਼ਾਰ ਬੂਟਾ ਲੱਗਿਆ ਹੈਗਾ। ਅੱਛਾ ਜੀ। ਹੈ ਨਾ, ਤੇ ਹੌਲੀ ਆਉਣ ਵਾਲੇ ਸਮੇਂ 'ਚ ਇਹਦਾ ਰਕਬਾ 2% 4% ਪੱਕਾ ਹੋਏਗਾ, ਕਿਉਂਕਿ ਜੋ ਲੋਕਾਂ ਦੇ ਰੁਝਾਨ ਹੈਗੇ ਜਾਂ ਕਿਸਾਨਾਂ ਦੀ ਜੋ ਇੰਟਰਸਟ ਦੇਖ ਰਹੇ ਕਿ ਹੌਲੀ ਹੌਲੀ ਕਿਸਾਨ ਇਸ ਪਾਸੇ ਨੂੰ ਆ ਰਹੇ ਹੈਗੇ ਕਿ ਇਹ ਇਨਕਮ ਵਾਲੀ ਖੇਤੀ ਹੈਗੀ, ਚਾਹੇ ਥੋੜੀ ਲੇਟ ਦਿੰਦਾ ਹੈਗਾ ਲੇਕਿਨ ਇਨਕਮ ਬਹੁਤ ਵਧੀਆ ਹੈਗੀ। ਤੇ ਮੈਂ ਇਹ ਚਾਹੁੰਦਾ ਕਿ ਲੋਕੀ ਵੱਧ ਤੋਂ ਵੱਧ ਇਹਨੂੰ ਲਗਾਉਣ। ਇਹਦਾ ਮਾਰਕੀਟਿੰਗ ਦਾ ਕੀ ਸਿਸਟਮ ਹੈਗਾ ਜੀ? ਫਿਰ ਕਿਸਾਨਾਂ ਦੇ ਲਈ ਤਾਂ ਇਹ ਨਵੀਂ ਚੀਜ਼ ਹੈ, ਤਾਂ ਨਵੀਂ ਚੀਜ਼ ਨੂੰ ਵੇਚਣਾ, ਗਾਹਕ ਲੱਭਣਾ ਵੀ ਔਖਾ ਹੋ ਸਕਦਾ। ਮਾਰਕੀਟਿੰਗ ਦਾ ਕੋਈ ਸਿਸਟਮ ਬਣਾਇਆ ਸਰਕਾਰ ਦੇ ਵੱਲੋਂ? ਨਹੀਂ ਹਜੇ ਤੱਕ ਕੋਈ ਸਿਸਟਮ ਨਹੀਂ ਹੈਗਾ, ਲੇਕਿਨ ਫਿਲਹਾਲ ਤੁਸੀਂ ਦੇਖੋ ਕਿ ਆਉਣ ਵਾਲੇ 10 ਸਾਲ 'ਚ ਜਦੋਂ ਚੰਦਨ ਪੰਜਾਬ 'ਚ ਤਿਆਰ ਹੋਏਗਾ ਤੇ ਇਹਦੀ ਮਾਰਕੀਟਿੰਗ ਆਪਣੇ ਆਪ ਹੀ ਹੋਣੀ ਸ਼ੁਰੂ ਹੋ ਜਾਏਗੀ। ਫਿਲਹਾਲ ਅੰਮ੍ਰਿਤਸਰ 'ਚ ਜਿੱਦਾਂ ਹਾਰਡਵੁੱਡ ਦੀ ਖਰੀਦਦੇ ਹੈਗੇ, ਹੌਲੀ ਹੌਲੀ ਹੋਰ ਵੀ ਏਜੰਸੀਆਂ ਜਾਂ ਹੋਰ ਵੀ ਲੋਕਾਂ ਨਾਲ ਹੋਰ ਵੀ ਫੈਕਟਰੀਆਂ ਇੱਧਰ ਨੂੰ ਤਿਆਰ ਹੋਣਗੇ ਕਿ ਜੇ ਚੰਦਨ ਇੱਥੇ ਅਵੇਲੇਬਲ ਹੋਇਆ ਤੇ ਮਾਰਕੀਟਿੰਗ ਆਪਣੇ ਆਪ ਹੀ ਬਣ ਜਾਣੀ। ਜਦੋਂ ਕੋਈ ਚੀਜ਼ ਅਵੇਲੇਬਲ ਹੋਏਗੀ ਤਾਂ ਮਾਰਕੀਟਿੰਗ ਤਾਂ ਆਪਣੇ ਆਪ ਹੀ ਹੋ ਜਾਣੀ ਉਹਦੀ। ਪਰ
ਕੀਮਤ ਜਦੋਂ ਕਿਸਾਨ ਪੰਜਾਬ ਦਾ ਜ਼ਿਆਦਾ ਪੈਦਾਵਾਰ ਕਰਨ ਲੱਗ ਪੈਂਦਾ ਤਾਂ ਫਿਰ ਕੀਮਤ ਦੇ ਉੱਤੇ ਵੱਡਾ ਅਸਰ ਪੈਂਦਾ। ਜਿਵੇਂ ਆਪਾਂ ਕਣਕ ਝੋਨੇ ਦੀ ਦੇਖੀਏ, ਚਲੋ MSP ਮਿਲ ਰਹੀ ਹੈ, ਪਰ ਕਪਾਹ ਦੀ ਗੱਲ ਕੀਤੀ ਜਾਵੇ ਜਾਂ ਹੋਰ ਫਸਲਾਂ ਦੀ ਗੱਲ ਕੀਤੀ ਜਾਵੇ ਤਾਂ MSP ਦਾ ਰੌਲਾ ਵੀ ਬਹੁਤ ਚੱਲ ਰਿਹਾ। ਬਿਲਕੁਲ ਸਹੀ ਗੱਲ ਹੈਗੀ, ਲੇਕਿਨ ਚੰਦਨ ਦੀ ਡਿਮਾਂਡ ਦੇ ਤਿਆਰੀ ਦੇ ਹਿਸਾਬ ਨਾਲ ਆਪਾਂ ਦੇਖਿਆ ਜਾਏ ਤੇ ਹਜੇ ਤੱਕ ਵੀ ਡਿਮਾਂਡ ਜਿਹੜੀ ਹੈਗੀ ਉਹ 60% ਵੱਧ ਹੈਗੀ। ਜਿੰਨਾ ਚੰਦਨ ਤਿਆਰ ਹੁੰਦਾ ਹੈਗਾ ਸਾਊਥ 'ਚ ਉਹ ਤੋਂ ਵੱਧ ਡਿਮਾਂਡ ਹੈਗੀ ਤੇ ਬਾਹਰੋਂ ਇੰਪੋਰਟ ਹੁੰਦਾ ਹੈਗਾ। ਇਸ ਕਰਕੇ ਆਉਣ ਵਾਲੇ 50 ਸਾਲ ਤੱਕ ਇਦਾਂ ਦਾ ਕੋਈ ਉਹ ਨਹੀਂ ਇਸ਼ੂ ਹੈਗਾ ਕਿ ਚੰਦਨ ਤੁਹਾਡਾ ਨਹੀਂ ਵਿਕੇਗਾ, ਕਿਉਂਕਿ ਚੰਦਨ ਦੀ ਡਿਮਾਂਡ ਬਹੁਤ ਜ਼ਿਆਦਾ ਹੈਗੀ। ਕਾਸਮੈਟਿਕ 'ਚ ਦੀ ਡਿਮਾਂਡ ਹੈਗੀ, ਮੈਡੀਸਨ 'ਚ ਦੀ ਡਿਮਾਂਡ ਹੈਗੀ, ਫਰਨੀਚਰ 'ਚ ਦੀ ਡਿਮਾਂਡ ਹੈਗੀ ਤੇ ਹੋਰ ਕਈ ਜਗ੍ਹਾ ਹੈਗੀਆਂ ਜਿੱਥੇ ਇਹ ਯੂਜ਼ ਹੁੰਦਾ ਹੈਗਾ। ਇਸ ਕਰਕੇ ਇਹਦੀ ਡਿਮਾਂਡ ਕੰਟੀਨਿਊ ਰਹੇਗੀ। ਇਹ ਤਾਂ ਲੋਕੀ ਬੇਫਿਕਰ ਹੋ ਕੇ ਪੈਦਾ ਕਰ ਸਕਦੇ ਆ ਕਿ ਇਹਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਚੰਦਨ ਵੱਧ ਪੈਦਾ ਹੋ ਗਿਆ ਤੇ ਵਿਕੇਗਾ ਕਿੱਥੇ। ਐ ਤਾਂ ਨਹੀਂ ਹੈਗਾ ਵੀ ਇਹਦੀ ਕੁਆਲਿਟੀ 'ਚ ਕੋਈ ਫਰਕ ਤਾਂ ਨਹੀਂ ਪਏਗਾ, ਸਾਊਥ ਦਾ ਲੈ ਕੇ ਚੰਦਨ ਹੋਵੇ ਜਾਂ ਪੰਜਾਬ ਦਾ ਚੰਦਨ, ਕੋਈ ਕੁਆਲਿਟੀ ਦੇ ਵਿੱਚ ਫਰਕ ਤਾਂ ਨਹੀਂ? ਕੁਆਲਿਟੀ 'ਚ ਕੋਈ ਫਰਕ ਨਹੀਂ ਹੋਏਗਾ। ਹਾਰਡਵੁੱਡ ਲਗਭਗ ਇੱਕੋ ਜਿਹੀ ਹੋਈ। ਜੇ ਮਾੜਾ ਮੋਟਾ ਕੋਈ 2% ਜੇ ਕਿਤੇ ਫਰਕ ਵੀ ਹੋਏਗਾ ਤਾਂ ਰੇਟ 'ਚ ਕੋਈ ਜ਼ਿਆਦਾ ਵੇਰੀਏਸ਼ਨ ਨਹੀਂ ਆਉਂਦਾ ਹੈਗਾ। ਉਹ ਸੇਮ ਖੈਰ ਦੀ ਹਾਰਡਵੁੱਡ ਤੇ ਆਪਾਂ ਲੈ ਕੇ ਚੱਲੀਏ, ਜਿਸ ਤਰ੍ਹਾਂ ਖੈਰ ਸਾਡੇ ਪੰਜਾਬ 'ਚ ਵੀ ਹੁੰਦਾ, ਹਿਮਾਚਲ 'ਚ ਵੀ ਹੁੰਦਾ। ਹਿਮਾਚਲ 'ਚ ਥੋੜਾ ਜ਼ਿਆਦਾ ਰੈੱਡ ਹੁੰਦਾ, ਪੰਜਾਬ 'ਚ ਥੋੜਾ ਲਾਈਟ ਰੈੱਡ ਹੁੰਦਾ ਤੇ ਉਹ ਕੋਸਟ ਲਗਭਗ ਇੱਕੋ ਜਿਹੀ ਚੱਲਦੀ ਹੈ ਕਿ ਕੋਸਟ ਕੋਈ ਜ਼ਿਆਦਾ ਵੇਰੀਏਸ਼ਨ ਨਹੀਂ ਆਉਂਦਾ ਹੈਗਾ। ਜ਼ਮੀਨ ਦਾ ਕੁਝ ਖਾਸ ਧਿਆਨ ਰੱਖਣਾ ਚਾਹੀਦਾ ਕਿਸਾਨਾਂ ਨੂੰ ਵੀ ਕਿਸ ਜ਼ਮੀਨ ਦੇ ਵਿੱਚ ਇਹਨੂੰ ਲਾਉਣਾ ਚਾਹੀਦਾ, ਨਮੀ ਵਾਲੀ ਜ਼ਮੀਨ ਹੋਵੇ ਜਾਂ ਰੇਤਲੀ ਜ਼ਮੀਨ ਹੋਵੇ? ਕਿਉਂਕਿ ਆਪਾਂ ਕੰਢੀ ਏਰੀਆ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਥੋੜੀ ਰੇਤਲੀ ਜ਼ਮੀਨ ਹੈ, ਜਦੋਂ ਆਪਾਂ ਥੋੜਾ ਬੇਟ ਨੂੰ ਜਾਂਦੇ ਆ ਤਾਂ ਉਧਰ ਚੀਕਣੀ ਮਿੱਟੀ ਵਾਲੀ ਜ਼ਮੀਨ ਆ ਜਾਂਦੀ ਹੈ, ਥੋੜੀ ਕਲਰ ਵਾਲੀ ਮਿੱਟੀ ਵੀ ਹੈਗੀ ਉਧਰ। ਨਹੀਂ, ਇਹਦੇ 'ਚ ਮੇਨ ਸਾਨੂੰ ਧਿਆਨ ਰੱਖਣਾ ਪੈਣਾ ਕਿ ਸੇਮ ਵਾਲੀ ਜਗ੍ਹਾ ਨਹੀਂ ਹੋਣੀ ਚਾਹੀਦੀ। ਜੇ ਜਗ੍ਹਾ 'ਚ ਸੇਮ ਹੈਗੀ ਤੇ ਉੱਥੇ ਆਪਾਂ ਚੰਦਨ ਦੀ ਪਲਾਂਟੇਸ਼ਨ ਨਾ ਕਰੀਏ। ਤੇ ਇਸ ਤੋਂ ਇਲਾਵਾ ਜੇ ਸੇਮ 'ਚ ਆਪਾਂ ਲਾਣਾ ਵੀ ਜ਼ਰੂਰੀ ਹੈਗਾ ਤੇ ਰੇਜ਼ਡ ਬੈੱਡ ਕਰਕੇ ਲਾਈਏ। ਅੱਛਾ, ਹਾਂਜੀ। ਤੇ ਬਾਕੀ ਪੀਐਚ ਵਗੈਰਾ ਦੀ ਵੀ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੈਗੀ। ਸਾਰੇ ਲੋਕੀ ਹਰ ਜਗ੍ਹਾ ਹੀ ਟਰਾਈ ਹੋ ਰਿਹਾ ਹੈ, ਸੈਂਡੀ ਲੋਮ 'ਚ ਵੀ ਹੋ ਰਿਹਾ ਤੇ ਦੂਜੀ 'ਚ ਵੀ ਤਿਆਰ ਹੋ ਰਿਹਾ। ਸਰਕਾਰ ਕੁਝ ਕਿਸਾਨਾਂ ਦੇ ਵਾਸਤੇ ਇੱਦਾਂ ਦੇ ਕੋਈ ਕੈਂਪ ਵਗੈਰਾ ਜਾਂ ਇਸ ਚੀਜ਼ ਨੂੰ, ਇਸ ਖੇਤੀ ਨੂੰ ਪ੍ਰਫੁੱਲਤ ਕਰਨ ਦੇ ਲਈ ਕਿਸ ਤਰੀਕੇ ਦੇ ਕਦਮ ਸਰਕਾਰ ਵੱਲੋਂ ਚੁੱਕੇ ਜਾ ਰਹੇ ਨੇ ਕਿਸਾਨਾਂ ਦਾ ਫਾਇਦਾ ਹੋ ਸਕੇ? ਕੋਵਿਡ ਦੇ ਕਰਕੇ ਇਸ ਵਾਰ ਤਾਂ ਨਹੀਂ, ਲੇਕਿਨ ਪਹਿਲੇ ਵੀ PAU 'ਚ ਵੀ ਸੈਮੀਨਾਰ ਹੁੰਦੇ ਹੈਗੇ ਤੇ ਉੱਥੇ ਵੀ ਆਪਾਂ ਲੋਕਾਂ ਨੂੰ ਜਾਣਕਾਰੀ ਦਿੰਦੇ ਹਾਂ। ਇਨ ਐਡੀਸ਼ਨ ਆਪਾਂ ਮੋਬਾਈਲ ਨੰਬਰ ਵਗੈਰਾ ਸਾਈਟ ਤੇ ਆਈ ਹਰਿਆਲੀ ਐਪ ਹੈਗਾ, ਆਈ ਹਰਿਆਲੀ ਐਪ ਤੇ ਵੀ ਤੁਸੀਂ ਜਾ ਕੇ ਜਿੱਦਾਂ ਫ੍ਰੀ ਬੂਟੇ ਦੇਈਦੇ ਆਪਾਂ ਲੋਕਾਂ ਨੂੰ, ਤੇ ਹੋਰ ਕਈ ਸਾਧਨ ਹੈਗੇ ਮੀਡੀਆ ਦੇ ਜ਼ਰੀਏ ਵੀ ਅਸੀਂ ਲੋਕਾਂ ਨੂੰ ਇਨਫੋਰਮ ਕਰੀਦਾ ਕਿ ਤੁਸੀਂ ਵੱਧ ਤੋਂ ਵੱਧ ਬੂਟੇ ਲਗਾਓ। ਇਹ ਜਿਹੜੇ ਬੂਟੇ, ਜਿਵੇਂ ਤੁਸੀਂ, ਤੁਹਾਡੇ ਕੋਲ ਸਿਰਫ ਇੱਕ ਹੀ ਹੈ ਜੀ ਵਾਈਟ ਸੈਂਡਲ ਆ? ਵਾਈਟ ਸੈਂਡਲ ਲਗਾ। ਅੱਛਾ, ਰੈੱਡ ਸੈਂਡਲ ਨਹੀਂ? ਰੈੱਡ ਸੈਂਡਲ ਨਹੀਂ। ਇੱਥੇ ਜਿੱਥੇ ਆਪਾਂ ਖੜੇ ਆ ਇੱਥੇ ਆਪਾਂ 1300 ਬੂਟਾ ਵਾਈਟ ਸੈਂਡਲ ਦਾ ਲਗਾਇਆ ਹੋਇਆ ਤੇ ਸਾਰਾ ਹੀ ਬਹੁਤ ਵਧੀਆ ਚੱਲ ਰਿਹਾ। ਕੋਈ ਵੀ ਬੂਟਾ ਮਰਿਆ ਹੋਇਆ ਨਹੀਂ, ਤੁਸੀਂ ਦੇਖ ਸਕਦੇ ਹੋ। ਬੜੇ ਵਧੀਆ ਢੰਗ ਨਾਲ, ਮਤਲਬ ਲਗਭਗ ਬੂਟੇ ਦੀ ਹਾਈਟ 15 ਫੁੱਟ ਤੋਂ ਉੱਪਰ ਹੈਗੀ ਤੇ ਉਮੀਦ ਹੈਗੀ ਕਿ 17-18 ਸਾਲ 'ਚ ਇਹ ਵਧੀਆ ਤਿਆਰ ਹੋ ਜਾਣੇ ਹੈਗੇ। ਅੱਛਾ, ਇੱਕ ਗੱਲ ਦੱਸਿਓ, ਥੋੜਾ ਜਿਹਾ ਐਸਟੀਮੇਟ ਹੈਗਾ ਜੀ, ਇਹ ਬੂਟਾ ਜਦੋਂ ਪੂਰੀ ਉਮਰ ਦੇ ਵਿੱਚ ਚਲਾ ਜਾਂਦਾ ਹੈ 15, 16, 17 ਸਾਲ ਜਿੰਨੀ ਤੁਸੀਂ ਦੱਸ ਰਹੇ ਹੋ, ਉਹਦੇ ਵਿੱਚ ਕਿੰਨਾ ਕਮਾਲ ਇੱਕ ਬੂਟੇ 'ਚੋਂ ਨਿਕਲ ਸਕਦਾ ਹੈ? ਦੇਖੋ, ਇਹ ਕਹਿਣਾ ਬੜਾ ਮੁਸ਼ਕਿਲ ਹੈਗਾ ਕਿਉਂਕਿ ਬੂਟੇ ਨੂੰ ਕਿੰਨੀ ਗਰੋਥ ਮਿਲੀ ਏਰੀਆ ਦੇ ਹਿਸਾਬ ਨਾਲ ਡਿਪੈਂਡ ਕਰਨਾ ਹੈਗਾ। ਜੇ ਏਰੀਆ ਵਧੀਆ ਹੈਗਾ ਤੇ ਹੋ ਸਕਦਾ ਉਹਦੇ 'ਚ 50 ਕਿਲੋ ਹਾਰਡਵੁੱਡ ਨਿਕਲ ਆਏ, ਤੇ ਜੇ ਏਰੀਆ ਮਾੜਾ ਹੋਇਆ ਤੇ ਉਹ ਹੋ ਸਕਦਾ ਜਾਂ ਆਪਾਂ ਕੇਅਰ ਨਹੀਂ ਕੀਤੀ ਬੂਟੇ ਦੀ ਤੇ ਉਹਦੇ ਹਾਰਡਵੁੱਡ ਬਹੁਤ ਘੱਟ ਨਿਕਲੇ, ਤੇ ਉਹਦੀ ਹਾਰਡਵੁੱਡ ਤੇ ਉਹਦੀ ਕੋਸਟ ਡਿਪੈਂਡ ਕਰਨੀ ਹੈਗੀ। ਕਿੰਨਾ ਕਿ ਦੀ ਮੋਟਾਈ ਕਿੰਨੀ ਕੁ ਹੋ ਜਾਂਦੀ ਹੈ ਇਸ ਬੂਟੇ ਦੀ? ਮੋਟਾਈ ਲਗਭਗ 2 ਫੁੱਟ ਤੱਕ ਤਾਂ ਚਲੀ ਜਾਂਦਾ 17 ਸਾਲ 'ਚ। ਅੱਛਾ, ਹਾਂਜੀ, 2 ਫੁੱਟ ਤੱਕ ਚੌੜਾ ਹੋ ਜਾਂਦਾ ਹੈ? ਹਾਂਜੀ, 2 ਫੁੱਟ ਤੱਕ। ਫਿਰ ਉਹਨੂੰ ਕਿਲੋ ਦੇ ਹਿਸਾਬ ਨਾਲ ਵਿਕਣਾ, ਕਿਲੋ ਦੇ ਹਿਸਾਬ ਨਾਲ ਉਹਦੀ ਹਾਰਡਵੁੱਡ ਦੀ ਜ਼ਿਆਦਾ ਡਿਮਾਂਡ ਹੈ ਕਿ ਹਾਰਡਵੁੱਡ ਹੀ ਮਹਿੰਗੀ ਵਿਕਦੀ ਹੈ, ਬਾਕੀ ਜਿਹੜਾ ਪਾਰਟਸ ਹੈਗਾ ਉਹ ਸਸਤਾ ਵਿਕਦਾ ਹੈਗਾ। ਹਾਂਜੀ। ਜਿਵੇਂ ਆਪਾਂ ਕਈ ਵਾਰ ਘਰਾਂ ਦੇ ਵਿੱਚ ਲੈ ਕੇ ਆਉਂਦੇ ਆ, ਉਹ ਨਿੱਕੀਆਂ ਨਿੱਕੀਆਂ ਡੰਡੀਆਂ ਜਾਂ ਇੱਕ ਕੱਟ ਕੇ ਸਾਨੂੰ ਦੇ ਦਿੰਦੇ ਨੇ, ਉਹ 'ਚੋਂ ਫ੍ਰੈਗਰੈਂਸ ਬਹੁਤ ਸੋਹਣੀ ਹੁੰਦੀ ਹੈ। ਇਹਨਾਂ ਬੂਟਿਆਂ 'ਚ ਵੀ ਉਹੀ ਚੀਜ਼ ਸੇਮ ਹੈ? ਸੇਮ ਫ੍ਰੈਗਰੈਂਸ ਆਏਗੀ, ਲੇਕਿਨ ਜਦੋਂ 17 ਸਾਲ ਤੋਂ ਬਾਅਦ ਆਏਗੀ ਉਹ ਹਾਰਡਵੁੱਡ ਨਹੀਂ ਹੁੰਦੀ ਵੈਸੇ। ਉਹ ਜਿਹੜੀ ਆਪਾਂ ਘਰ 'ਚ ਲੈ ਕੇ ਆਉਂਦੇ ਆ ਉਹ ਨਾਰਮਲ ਜਿਹੜਾ ਉਹਦਾ ਛਿਲਕਾ ਵਗੈਰਾ ਜਾਂ ਉਹੀ ਚੀਜ਼ ਹੁੰਦੀ ਹੈ। ਹਾਰਡਵੁੱਡ ਤਾਂ ਨਾਰਮਲ ਮਾਰਕੀਟ 'ਚ ਮਿਲਦੀ ਨਹੀਂ ਹੈਗੀ। ਉਹਦੇ ਛਿਲਕੇ 'ਚੋਂ ਵੀ ਇੰਨੀ ਫ੍ਰੈਗਰੈਂਸ ਆਉਂਦੀ? ਹਾਂਜੀ, ਛਿਲਕੇ 'ਚੋਂ ਆਉਂਦੀ ਹੈਗੀ, ਬਾਕੀ ਹਾਰਡਵੁੱਡ ਨਹੀਂ ਹੁੰਦੀ। ਉਹ ਥੋੜੀ ਫ੍ਰੈਗਰੈਂਸ ਚਲੋ ਐਡ ਵੀ ਕੀਤੀ ਹੁੰਦੀ ਹੈ ਜਾਂ ਕਈ ਚੀਜ਼ਾਂ ਉਹਦੇ 'ਚ ਹੁੰਦੀਆਂ। ਅੱਛਾ ਜੀ। ਹਾਂਜੀ। ਅੱਛਾ, ਇਹਦੇ ਵਿੱਚ ਵੀ ਮਿਕਸਿੰਗ ਹੋ ਜਾਂਦੀ ਹੈ? ਮਿਕਸਿੰਗ ਹੁੰਦੀ ਹੈ, ਉਹ ਤਾਂ ਫਿਰ ਤੁਹਾਨੂੰ ਓਰੀਜਨਲ ਥੋੜੀ ਮਿਲਣਾ ਹੈਗਾ। ਹਾਂਜੀ। ਤਾਂ ਇਹ ਮਹਿੰਗੀ ਖੇਤੀ ਹੈ ਬੇਸ਼ੱਕ, ਮੁਨਾਫਾ ਮਾਫ ਕਰਨਾ ਇਹਦੇ ਵਿੱਚ ਵਧੇਰਾ ਹੈ, ਸਮਾਂ ਥੋੜਾ ਲੱਗਦਾ ਹੈ, ਥੋੜਾ ਜਿਹਾ ਸਬਰ ਤੇ ਸੰਤੋਖ ਕਿਸਾਨ ਨੂੰ ਰੱਖਣਾ ਪੈਂਦਾ ਹੈ। 1 ਕਿਲੋ ਦੀ ਕੀਮਤ, ਜੇ ਰੈੱਡ ਸੈਂਡਲ ਦੀ ਗੱਲ ਕਰ ਰਹੇ ਸੀਗੇ ਤਾਂ 8000 ਰੁਪਏ ਕਿਲੋ ਨੂੰ ਵਿਕਦਾ ਹੈ। ਜੇ ਵਾਈਟ ਦੀ ਗੱਲ ਕਰੀਏ ਤਾਂ ਲਗਭਗ 4000 ਕਿਲੋ ਨੂੰ। ਇਹ ਐਸਟੀਮੇਟਡ ਨੇ ਕਿਉਂਕਿ ਵੱਖ-ਵੱਖ ਜਦੋਂ ਆਪਾਂ ਮੰਡੀ ਦੇ ਵਿੱਚ ਜਾਂਦੇ ਹਾਂ ਤਾਂ ਉਸੇ ਰੇਟ ਜਿਹੜੇ ਨੇ ਉਹ ਆੜ੍ਹਤੀਏ ਕਿਸ ਤਰੀਕੇ ਦੇ ਨਾਲ ਖਰੀਦਦੇ ਨੇ, ਕਿਸ ਤਰੀਕੇ ਦੀ ਜਿਹੜੀ ਆ ਲੱਕੜ ਦੀ ਕੁਆਲਿਟੀ ਹੈ ਉਸ ਤਰੀਕੇ ਦੇ ਨਾਲ ਉਸਦਾ ਰੇਟ ਲੱਗਦਾ। ਪਰ ਇੱਕ ਐਵਰੇਜ ਦੀ ਗੱਲ ਕੀਤੀ ਜਾਵੇ ਜਾਂ ਐਸਟੀਮੇਟ ਕੀਮਤ ਦੀ ਗੱਲ ਕੀਤੀ ਜਾਵੇ ਤਾਂ 8000 ਰੁਪਏ ਕਿਲੋ ਨੂੰ ਲੱਕੜ ਵਿਕਦੀ ਆ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਇੱਕ ਬੂਟਾ ਜੇ ਪੂਰਾ 16, 17, 18 ਸਾਲ ਦੇ ਵਿੱਚ ਤਿਆਰ ਹੁੰਦਾ ਹੈ ਤਾਂ ਜੇਕਰ ਉਹਦੇ ਵਿੱਚੋਂ 50 ਕਿਲੋ ਲੱਕੜ ਵੀ ਨਿਕਲ ਆਵੇ, 5 ਕੁਇੰਟਲ ਦਾ ਬੂਟਾ ਵੀ ਹੋਵੇ ਜਾਂ ਇਸ ਤੋਂ ਥੋੜ੍ਹਾ ਬਹੁਤ ਘੱਟ ਵੀ ਹੋਵੇ, ਤਾਂ ਤੁਸੀਂ ਮੁਨਾਫਾ ਇਹਦੇ ਵਿੱਚ ਦੇਖ ਸਕਦੇ ਹੋ ਵੀ ਸਾਡੇ ਕਿਸਾਨ ਵੀਰ ਕਿਸ ਤਰੀਕੇ ਦੇ ਨਾਲ ਕਿੰਨਾ ਮੁਨਾਫਾ ਕਮਾ ਸਕਦੇ ਆ। ਜਿਸ ਤਰੀਕੇ ਦੇ ਨਾਲ ਇਹ ਜਿਹੜੀ ਨਵੀਂ ਖੇਤੀ ਹੈ, ਜਿਹੜੇ ਕਿਸਾਨ
ਰੁਝਾਨ ਬੇਸ਼ੱਕ ਹੁੰਦਾ ਹੋਊਗਾ, ਪਰ ਕਿਤੇ ਨਾ ਕਿਤੇ ਡਰਦੇ ਹੋਗੇ ਵੀ 16-17 ਸਾਲ ਦੇ ਲਈ ਜ਼ਮੀਨ ਬੁੱਕ ਹੋ ਜਾਣੀ ਹੈ। ਕੋਈ ਸੁਝਾਅ ਦੇਣਾ ਚਾਹੁੰਦੇ ਹੋ ਉਹਨਾਂ ਨੂੰ? ਮੈਂ ਤਾਂ ਇਹੀ ਸੁਝਾਅ ਦਿਆਂਗਾ ਕਿ ਕੱਲਾ ਚੰਦਨ ਨਾ ਲਗਾਓ, ਚੰਦਨ ਨਾਲ ਤੁਸੀਂ ਫਲਾਂ ਦੀ ਖੇਤੀ ਕਰੋ, ਫਲ ਤੇ ਫਰੂਟ ਲਗਾਓ, ਤਾਂ ਕਿ ਤੁਹਾਡਾ ਇਹ ਇਨਕਮ ਵੀ ਰਹੇਗੀ, ਤੁਸੀਂ ਖੇਤੀਬਾੜੀ 'ਚ ਜਾਂਦੇ ਵੀ ਰਹੋਗੇ ਤੇ ਚੰਦਨ ਵੀ ਤਿਆਰ ਹੋ ਜਾਏਗਾ। ਚੰਦਨ ਤੁਹਾਡੀ ਐਫਡੀ ਹੈ, ਉਹ 17 ਸਾਲ 18 ਸਾਲ, ਚਾਹੇ ਤੁਸੀਂ 20 ਸਾਲ ਬਾਅਦ ਵਧਾਓ, ਤੁਹਾਨੂੰ ਜਦੋਂ ਕਿਸੇ ਚੀਜ਼ ਦੀ ਲੋੜ ਹੈਗੀ ਖਾਸ ਤੇ ਉਸ ਵੇਲੇ ਯੂਜ਼ ਕਰੋ ਉਹਨੂੰ, ਤੇ ਨਾਲ ਤੁਹਾਡੀ ਖੇਤੀ ਵੀ ਚੱਲਦੀ ਰਹੇਗੀ। ਤੇ ਤੁਸੀਂ ਦੀ ਮਿਕਸ ਖੇਤੀ ਕਰੋ, ਉਹ ਸਾਰਿਆਂ ਤੋਂ ਵਧੀਆ ਹੈ। ਜਿਵੇਂ ਆਪਾਂ ਇੱਧਰਲਾ ਤੁਹਾਡੇ ਏਰੀਆ 'ਚ ਤਾਂ ਦੇਖਦੇ ਹਾਂ, ਇੱਧਰ ਹਰੜ ਵੀ ਹੋ ਜਾਂਦਾ, ਆਵਲਾ ਵੀ ਹੋ ਜਾਂਦਾ, ਜਾਂ ਜਿਸ ਤਰੀਕੇ ਨਾਲ ਤੁਸੀਂ ਹੋਰ ਫਰੂਟਸ ਵੀ ਦੱਸੇ ਨੇ ਉਹ ਹੋ ਜਾਂਦੇ ਨੇ। ਹੁਣ ਜੇ ਇਹੀ ਚੀਜ਼ ਆਪਾਂ ਚੰਦਨ ਦੀ ਖੇਤੀ ਬੇਟ ਏਰੀਆ 'ਚ ਕਰਨੀ ਹੋਵੇ, ਮੰਡ ਖੇਤਰ ਦੇ ਵਿੱਚ ਕਰਨੀ ਹੋਵੇ, ਤਾਂ ਉੱਥੇ ਫਿਰ ਇਹ ਪਲਾਂਟਸ ਚੱਲ ਪੈਂਦੇ ਨੇ ਉਹਦੇ ਨਾਲ? ਉੱਥੇ ਤੁਸੀਂ ਬਨਾਰਸੀ ਆਮਲਾ ਲਗਾ ਸਕਦੇ ਹੋ, ਜਾਂ ਉੱਥੋਂ ਦੇ ਫਰੂਟ ਪਲਾਂਟ ਜਿਹੜੇ ਵੀ ਹੈਗੇ ਤੁਹਾਡੇ ਲੋਕਲ, ਉਹ ਲਗਾਓ, ਕੋਈ ਗੱਲ ਨਹੀਂ, ਉਹਦੇ ਨਾਲ ਵੀ ਵਧੀਆ ਚੱਲਣਾ ਹੈਗਾ ਇਹ। ਹਾਂ, ਕੋਈ ਇਦਾਂ ਦਾ ਇਸ਼ੂ ਨਹੀਂ ਹੈਗਾ ਕਿ ਇੱਥੇ ਵਾਲੇ ਪਲਾਂਟ ਜਾਂ ਉੱਥੇ ਨਹੀਂ ਚੱਲਣਗੇ ਉਹ। ਹਾਂਜੀ। ਤਾਂ ਜਦੋਂ ਬਾਗ ਮਾਫ ਕਰਨਾ, ਜਦੋਂ ਇਹਦੀ ਖੇਤੀ ਸ਼ੁਰੂ ਕਰਦਾ ਕਿਸਾਨ, ਉਦੋਂ ਫਿਰ ਜਿਹੜਾ ਨਵਾਂ ਕਿਸਾਨ ਹੈ ਉਹਨੂੰ ਜਾਣਕਾਰੀ ਨੋ ਡਾਊਟ ਤੁਹਾਡੇ ਕੋਲੋਂ ਸੁਣ ਕੇ ਤਾਂ ਲੈ ਜਾਂਦਾ ਹੋਊਗਾ, ਪਰ ਪ੍ਰੈਕਟੀਕਲੀ ਜਦੋਂ ਕਰਦਾ ਹੋਊਗਾ ਤਾਂ ਉੱਥੇ ਉਹਨੂੰ ਲੋੜ ਪੈਂਦੀ ਹੋਊਗੀ, ਫਿਰ ਕਈ ਵਾਰ ਲਵਾਉਣ ਦੇ ਵਾਸਤੇ ਜਾਂਦੀ ਹੈ ਟੀਮ ਤੁਹਾਡੀ? ਨਹੀਂ, ਅਸੀਂ ਫੀਲਡ 'ਚ ਤਾਂ ਲੋਕਲ ਤਾਂ ਜਾ ਸਕਦੇ ਹਾਂ, ਇੱਥੇ ਹੁਸ਼ਿਆਰਪੁਰ ਤੱਕ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ। ਜੇ ਹੁਸ਼ਿਆਰਪੁਰ ਤੋਂ ਦੂਰ ਹੈਗੇ ਤਾਂ ਉਹਨਾਂ ਨੂੰ ਮੈਂ ਆਪਣਾ ਕੰਟੈਕਟ ਨੰਬਰ ਦਿੰਦਾ ਹੈਗਾ, ਜਾਂ ਸਾਡੇ ਸੀਨੀਅਰ ਆਫੀਸਰਸ ਹੈਗੇ ਉਹਨਾਂ ਦੇ ਸਾਰਿਆਂ ਦੇ ਕੰਟੈਕਟ ਨੰਬਰ ਵੈਬਸਾਈਟ 'ਤੇ ਵੀ ਹੁੰਦੇ ਹੈਗੇ, ਉੱਥੋਂ ਉਹਨਾਂ ਨੂੰ ਦੱਸੀਦਾ ਕਿ ਤੁਸੀਂ ਕੰਟੈਕਟ ਕਰਕੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈਗੀ, ਤੁਹਾਡਾ ਬੂਟਾ ਨਹੀਂ ਚੱਲ ਰਿਹਾ, ਕੋਈ ਪ੍ਰੋਬਲਮ ਕਰ ਰਿਹਾ ਕੁਛ, ਤੇ ਉਹ ਸਾਨੂੰ ਫੋਟੋ ਸਨੈਪ WhatsApp 'ਤੇ ਪਾ ਦਿੰਦੇ ਹੈਗੇ, ਉਹਨਾਂ ਦਾ ਦੇਖ ਕੇ ਆਪਾਂ ਉਹਨਾਂ ਨੂੰ ਦੱਸ ਦਈਦਾ ਸੋਲਿਊਸ਼ਨ ਕਿਹਦਾ ਸੋਲਿਊਸ਼ਨ ਹੈਗਾ। ਆਖਰੀ ਸਵਾਲ ਲਊਂਗਾ, ਜਿਹੜਾ ਤੁਸੀਂ 6-7 ਮਹੀਨੇ ਦਾ ਪੌਦਾ ਤਿਆਰ ਕਰਦੇ ਹੋ, ਉਸ ਪੌਦੇ ਨੂੰ ਲਾਉਣ ਦਾ ਸਿਸਟਮ ਕੀ ਹੈ? ਕਿੰਨੇ ਉਹਦੀ ਡੂੰਘਾਈ ਦੇ ਵਿੱਚ ਲਾਉਣਾ ਚਾਹੀਦਾ ਉਹਨੂੰ? ਕਿਸ ਤਰੀਕੇ ਦੇ ਨਾਲ ਉਹਦੀ ਵੱਟ ਬਣਾਉਣੀ ਚਾਹੀਦੀ, ਜਾਂ ਬੈੱਡ ਦੇ ਉੱਤੇ ਲਾਉਣਾ ਚਾਹੀਦਾ, ਜਾਂ ਉਹਨੂੰ ਪੱਧਰੇ ਲਾਉਣਾ ਚਾਹੀਦਾ? ਉਹਨੂੰ ਪੱਧਰੇ ਹੀ ਲਗਾਉਣਾ। ਆਪਾਂ 1 ਫੁੱਟ ਦਾ ਟੋਆ ਪੱਟਣਾ ਹੈਗਾ, ਤੇ ਉਹਦੇ ਵਿੱਚ 3 ਇੰਚੀ ਮਿੱਟੀ ਪਹਿਲੇ ਪਾ ਕੇ ਤੇ ਉੱਪਰ ਬੂਟਾ ਲਗਾ ਦੇਣਾ। ਉਹਨੂੰ ਟੋਆ ਨਹੀਂ ਕੱਟਣਾ ਹੈਗਾ, ਨਾ ਹੀ ਪਾਣੀ ਖੜਾ ਹੋਣ ਵਾਸਤੇ ਰੱਖਣਾ ਹੈਗਾ। ਤੇ ਉਹਦੇ ਨਾਲ ਆਪਾਂ ਇੱਕ ਢਿੰਗਰ ਦਾ ਬੂਟਾ ਜੋ ਦੱਸਿਆ ਹੈਗਾ, ਢਿੰਗਰ ਦਾ ਬੂਟਾ ਲਗਾਉਣਾ ਹੈਗਾ, ਤੇ ਇੱਕ ਉਹਦੇ ਨਾਲ ਉਤੋਂ ਹੋਸਟ ਪਲਾਂਟ, ਸੈਕੰਡ ਹੋਸਟ ਪਲਾਂਟ ਤਾਂ ਆਪਾਂ ਲਗਾਉਣਾ ਹੀ ਹੈਗਾ, ਆਮਲਾ ਜਾਂ ਵਗੈਰਾ ਕੁਝ ਵੀ। ਉਹ ਬਿਲਕੁਲ ਉਹਦੇ ਨਾਲ ਹੀ ਜੋੜ ਦੇਣਾ ਜੀ? ਉਹ ਨਹੀਂ, ਢਿੰਗਰ ਦਾ ਤਾਂ ਬਿਲਕੁਲ ਨਾਲ ਜੋੜ ਦੇਣਾ, ਤੇ ਦੂਜਾ ਪਲਾਂਟ ਜਿਹੜਾ ਉਹ 3 ਮੀਟਰ ਦੂਰੀ ਤੇ ਹੈਗਾ, ਮੀਟਰ ਦੇ 9 ਫੁੱਟ ਤੇ ਹੈਗਾ। ਹਾਂਜੀ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਓਮਦੱਤ ਸ਼ਰਮਾ ਜੀ, ਜਿਨ੍ਹਾਂ ਦੇ ਵੱਲੋਂ ਵਿਸਥਾਰ ਦੇ ਵਿੱਚ ਇਸ ਚੰਦਨ ਦੀ ਖੇਤੀ ਦੇ ਬਾਰੇ ਜਾਣਕਾਰੀ ਦਿੱਤੀ ਹੈ ਵੀ ਕਿਵੇਂ ਬੈਂਗਲੌਰ ਤੋਂ ਬੀਜ ਲਿਆ ਕੇ ਉਹਨਾਂ ਤੋਂ ਪੌਦੇ ਤਿਆਰ ਕੀਤੇ ਜਾਂਦੇ ਨੇ। 5 ਤੋਂ 6 ਮਹੀਨੇ ਇਸ ਨਰਸਰੀ ਦੇ ਵਿੱਚੋਂ ਪੌਦੇ ਰਹਿੰਦੇ ਨੇ, ਥੈਲੀਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨੂੰ ਪਾਇਆ ਜਾਂਦਾ, ਉਸ ਤੋਂ ਬਾਅਦ ਫਿਰ ਉਸ ਪੌਦੇ ਨੂੰ ਖੇਤ ਦੇ ਵਿੱਚ ਪਲਾਂਟੇਸ਼ਨ ਕਿਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ, ਕਿੰਨਾ ਉਹਨੂੰ ਤੁਸੀਂ ਪਾਣੀ ਦੇਣਾ ਹੈ, ਕਿਸ ਤਰੀਕੇ ਦੀ ਖੁਰਾਕ ਦੇਣੀ ਹੈ, ਕਿੰਨੀ ਦੂਰੀ 'ਤੇ ਉਹ ਬੂਟਾ ਲਗਾਇਆ ਜਾਣਾ ਚਾਹੀਦਾ ਹੈ, ਇਹ ਸਾਰੀ ਤੁਹਾਨੂੰ ਜਾਣਕਾਰੀ ਦਿੱਤੀ ਹੈ। ਤੇ ਜੇਕਰ ਤੁਸੀਂ ਵੀ ਇਸ ਤਰੀਕੇ ਦੀ ਖੇਤੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪੰਜਾਬ ਸਰਕਾਰ ਦੇ ਜਿਹੜੇ ਹੈ ਫੋਰੈਸਟ ਵਿਭਾਗ ਦੇ ਨਾਲ, ਜੰਗਲਾਤ ਵਿਭਾਗ ਦੇ ਨਾਲ ਵੀ ਰਾਬਤਾ ਕਾਇਮ ਕਰ ਸਕਦੇ ਹੋ, ਆਪਣੇ ਜ਼ਿਲ੍ਹੇ ਦੇ ਵਿੱਚ ਕਰ ਸਕਦੇ ਹੋ। ਚੰਦਨ ਦੇ ਬੂਟੇ ਹੁਸ਼ਿਆਰਪੁਰ ਦੇ ਤਲਵਾੜੇ ਦੇ ਨਜ਼ਦੀਕ ਭਟੋਲੀ ਪਿੰਡ ਦੇ ਵਿੱਚ ਵੀ ਮੌਜੂਦ ਹੈ, ਤੁਸੀਂ ਇੱਥੇ ਵੀ ਸੰਪਰਕ ਕਰ ਸਕਦੇ ਹੋ। ਤਾਂ ਮਕਸਦ ਸਾਡਾ ਇਹੀ ਹੈ ਵੀ ਕਿਸਾਨਾਂ ਨੂੰ ਨਵੀਂ ਫਸਲ ਦੇ ਬਾਰੇ ਨਵੀਂ ਜਿਹੜੀ ਜਾਣਕਾਰੀ ਹੈ ਜਾਂ ਨਵਾਂ ਕੋਈ ਫਾਇਦਾ ਸਰਕਾਰ ਦੇ ਵੱਲੋਂ ਮਿਲਦਾ ਉਹ ਕਿਸਾਨ ਵੀਰਾਂ ਤੱਕ ਪਹੁੰਚਾਈਏ, ਤਾਂ ਜੋ ਉਹਨਾਂ ਦਾ ਜੀਵਨ ਬਸਰ ਹੈ ਉਹ ਵੀ ਖੁਸ਼ਹਾਲੀ ਦੇ ਨਾਲ ਹੋ ਸਕੇ। ਵੱਡੀ ਗੱਲ ਹੈ ਕਿ ਜੇਕਰ ਚੰਦਨ ਦੀ ਖੇਤੀ ਕਰਦੇ ਹੋ ਤਾਂ ਜਿਸ ਤਰੀਕੇ ਦੇ ਨਾਲ ਓਮਦੱਤ ਸ਼ਰਮਾ ਜੀ ਨੇ ਵੀ ਕਿਹਾ ਵੀ ਇਹ ਇੱਕ ਤਰੀਕੇ ਦੀ FD ਹੈ 15, 16, 17 ਸਾਲ ਦੀ, ਕਿਉਂਕਿ ਇੱਕ ਜਿਹੜੀ ਹੈ ਕਿਲੋ ਜਿਹੜੀ ਲੱਕੜ ਹੈ ਚੰਦਨ ਦੀ, ਉਸ ਦੀ ਕੀਮਤ 8000 ਰੁਪਏ ਐਸਟੀਮੇਟਡ, ਔਰ ਵਾਈਟ ਜਿਹੜਾ ਸੈਂਡਲ ਹੈ ਉਸ ਦੀ ਕੀਮਤ ਜਿਹੜੀ ਹੈ ਉਹ 4000 ਰੁਪਏ ਕਿਲੋ ਦੇ ਹਿਸਾਬ ਨਾਲ। ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਵੀ ਕਿਸ ਤਰੀਕੇ ਦਾ ਮੁਨਾਫਾ ਤੁਹਾਨੂੰ ਹੋ ਸਕਦਾ ਹੈ। ਤੁਸੀਂ ਪਹਿਲਾਂ ਵੀ ਸਫੈਦੇ ਦੀ, ਪਾਪੂਲਰ ਦੀ ਜਿਹੜੀ ਹੈ ਖੇਤੀ ਕਰ ਰਹੇ ਹੋ, ਤਾਂ ਜੇਕਰ ਤੁਸੀਂ ਹੋਰ ਮੁਨਾਫਾ ਕਮਾਉਣਾ ਚਾਹੁੰਦੇ ਹੋ ਜਾਂ ਇੱਕ ਨਵਾਂ ਤਜਰਬਾ ਕਰਨਾ ਚਾਹੁੰਦੇ ਹੋ ਤਾਂ ਥੋੜ੍ਹੇ ਰਕਬੇ ਦੇ ਵਿੱਚ ਚੰਦਨ ਦੀ ਖੇਤੀ ਦੀ ਸ਼ੁਰੂਆਤ ਕਰ ਸਕਦੇ ਹੋ। ਉਸ ਦੇ ਨਾਲ ਤੁਸੀਂ ਜਿਵੇਂ ਦੱਸਿਆ ਕਿ ਆਂਵਲੇ ਦੇ ਬੂਟੇ ਲਗਾ ਸਕਦੇ ਹੋ, ਹੋਰ ਕੋਈ ਵੀ ਫਲਦਾਰ ਬੂਟਾ ਲਗਾ ਸਕਦੇ ਹੋ, ਕਿਉਂਕਿ ਜਿਹੜਾ ਆਂਵਲੇ ਦਾ ਬੂਟਾ ਹੈ ਉਸ ਨੂੰ ਖੁਰਾਕ ਨਾਲ ਦੇ ਬੂਟੇ ਤੋਂ ਮਿਲਦੀ ਹੈ, ਉਹਨੂੰ ਇੱਕ ਸਹਾਰਾ ਚਾਹੀਦਾ ਹੈ। ਉਹ ਜਿੱਥੇ ਆਂਵਲੇ ਦੇ ਬੂਟੇ ਨੂੰ ਸਹਾਰਾ ਦੇਵੇਗਾ ਉਹ ਪੌਦਾ ਤੁਹਾਨੂੰ ਵੀ ਫਲ ਦੇਵੇਗਾ ਔਰ ਤੁਸੀਂ ਉਸ ਤੋਂ ਕਮਾਈ ਵੀ ਕਰ ਸਕਦੇ ਹੋ। ਫਿਲਹਾਲ ਤੁਹਾਨੂੰ ਇਹ ਸਾਡੀ ਰਿਪੋਰਟ ਕਿਸ ਤਰੀਕੇ ਦੀ ਲੱਗੀ, ਤੁਸੀਂ ਸਾਡੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਤੇ ਸੁਝਾਅ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਜੇਕਰ ਤੁਸੀਂ ਕੋਈ ਖਬਰ ਹਮਦਰਦ ਮੀਡੀਆ ਦੇ ਜ਼ਰੀਏ ਦੁਨੀਆ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਨੋਟ ਕਰ ਲਓ 98782 83334। ਇੱਕ ਵਾਰ ਫਿਰ ਨੰਬਰ ਨੋਟ ਕਰ ਸਕਦੇ ਹੋ 98782 83334 ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਉਸ ਜਾਣਕਾਰੀ ਨੂੰ, ਤੁਹਾਡੀ ਉਸ ਖਬਰ ਨੂੰ ਲੋਕਾਂ ਤੱਕ ਲਿਜਾਉਣ ਦੀ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਪਿੰਡ ਪਟੋਲੀ।